हाँ जी, वाहिगुरु जी का खालसा वाहिगुरु जी की फतेह। मैं एक बारी तुहाडे माइक जिहड़े आ अनम्यूट कर रहा ते उस तो बाद मैं म्यूट कर देंगा। एक बारी सारे फतेह बुलाओ। वाहिगुरु जी का खालसा। आज साडे कोले बहुत सारे बच्चे जुड़े हुए ने, 3 स्क्रीन्स मेरे कोले ने। मैं ਜਿਹੜੇ ਬੱਚੇ ਬਾਹਰ ਦੇ ਨੇ, ਰਜਾਇਨਾ ਸ਼ਹਿਰ ਤੋਂ ਬਾਹਰ ਨੇ, ਉਹਨਾਂ ਦੇ ਪਹਿਲਾਂ ਕਰ ਦਈਏ, ਉਹਨਾਂ ਦਾ ਥੈਂਕ ਯੂ ਕਰ ਦਈਏ। ਰਜਾਇਨਾ ਦੇ ਸਾਰੇ ਬੱਚਿਆਂ ਵੱਲੋਂ ਸਾਡੇ ਕੋਲੇ ਟੋਰਾਂਟੋ ਤੋਂ ਬੱਚੇ ਹਨ। ਕਰਮਨਜੀਤ ਸਿੰਘ ਦੇ ਤਿੰਨੋਂ ਬੱਚੇ ਬੇਟਾ ਜੀ ਵੈਲਕਮ ਤੁਹਾਡਾ ਟੋਰਾਂਟੋ ਤੋਂ। ਫਿਰ ਸਸਕਾਟੂਨ ਤੋਂ ਸਾਡੇ ਕੋਲੇ ਤਰਨ, ਹਰਨੂਰ, ਸਾਹਿਬ ਤੁਹਾਡਾ ਵੈਲਕਮ। ਫਿਰ ਸਾਡੇ ਕੋਲੇ ਸਰੀ ਤੋਂ ਕਰਮਜੀਤ, ਯੁਵਰਾਜ ਤੁਹਾਡਾ ਵੈਲਕਮ। ਉਸ ਤੋਂ ਬਾਅਦ ਗ੍ਰੈਵਲਬਰਗ ਤੋਂ ਹਰਸ਼ੀਨ ਤੇ ਜੈਰੂਪ ਸਿੰਘ, ਜੈਰੂਪ ਦਾ ਡਬਲ ਵੈਲਕਮ। ਐਡਮਿੰਟਨ ਤੋਂ ਸਾਡੇ ਕੋਲ ਗੁਰਮਨ ਸਿੰਘ ਤੁਹਾਡਾ ਵੈਲਕਮ ਬੇਟਾ ਜੀ। ਫਿਰ ਐਡਮਿੰਟਨ ਤੋਂ ਸਾਡੇ ਕੋਲ ਸੁਖਰਾਜ ਤੁਹਾਡਾ ਵੈਲਕਮ। ਤੇ ਐਡਮਿੰਟਨ ਤੋਂ ਸਾਡੇ ਕੋਲ ਹਰਮਨਪ੍ਰੀਤ ਸਿੰਘ। ਉਧਰੋਂ ਸਾਡੇ ਕੋਲੇ ਅਸਟਾਮਨ ਤੋਂ ਤਬਲੀਨ ਅਸ਼ਲੀਨ, ਵੈਲਕਮ ਤੁਹਾਡਾ ਸਾਰਿਆਂ ਦਾ। ਤੇ ਸਾਡੇ ਕੋਲ ਸਸਕਾਟੂਨ ਤੋਂ ਬੱਚੇ 2 ਹੋਰ ਹੈਗੇ ਨੇ। ਓਕੇ, ਬਾਕੀ ਸਾਰੇ ਰਜਾਇਨਾਂ ਦੇ ਸਾਰੇ ਬੱਚਿਆਂ ਦਾ ਥੈਂਕ ਯੂ, ਵੈਲਕਮ। ਮੈਂ ਸਕਰੀਨ ਸ਼ੇਅਰ ਕਰਨ ਲੱਗਿਆ। ਅੱਜ ਆਪਾਂ ਇੱਕ ਸਾਖੀ ਸੁਣਾਂਗੇ। ਉਸ ਨਵੀਂ ਸਾਖੀ ਵਿੱਚੋਂ ਕੁਝ ਆਪਾਂ ਸਿੱਖਾਂਗੇ। ਤੇ ਮੈਂ ਤੁਹਾਡੇ ਮਾਈਕ ਜਿਹੜੇ ਨੇ ਉਹ ਮਿਊਟ ਕਰ ਰਿਹਾ, ਠੀਕ ਹੈ। ਜਿਹਨੂੰ ਮੈਂ ਕਵਾਂਗਾ ਉਹ ਹੀ ਉਸ ਤੋਂ ਬਾਅਦ ਬੋਲਣਗੇ। ਮਾਈਕ ਮੈਂ ਸਾਰਿਆਂ ਦੇ ਮਿਊਟ ਕਰ ਦਿੱਤੇ ਨੇ, ਠੀਕ ਹੈ। ਕੋਈ ਵੀ ਮਾਈਕ ਔਨ ਨਾ ਕਰਿਓ ਆਪਣਾ। ਮੈਨੂੰ ਲੋੜ ਪਈ ਤੇ ਮੈਂ ਇਧਰੋਂ ਮਾਈਕ ਔਨ ਕਰਨ ਵਾਸਤੇ ਕਵਾਂਗਾ ਜਾਂ ਮਾਈਕ ਔਨ ਕਰਾਂਗਾ। ਹੁਣ ਇੱਕ ਵਾਰੀ ਤੁਸੀਂ ਮੈਨੂੰ ਹੱਥ ਖੜਾ ਕਰਕੇ ਦੱਸ ਦੇਵੋ ਕਿ ਤੁਹਾਨੂੰ ਸਕਰੀਨ ਦਿਸ ਰਹੀ ਹੈ ਬੇਟਾ ਜੀ। ਸਕਰੀਨ ਸਾਰਿਆਂ ਨੂੰ ਦਿਸ ਰਹੀ ਹੈ? ਵਾਹ, ਬਹੁਤ ਅੱਛਾ, ਸਿਆਣੇ ਹੋ ਗਏ ਤਾਂਹੀਓ ਦਿਸ ਰਹੀ ਹੈ। ਸਿਆਣੇ ਹੋ ਗਏ ਨੇ ਸਾਰੇ ਤੇ ਤਾਂਹੀਓ ਸਕਰੀਨ ਸਾਰਿਆਂ ਨੂੰ ਦਿਸਣ ਲੱਗ ਗਈ ਹੈ। ਓਕੇ, ਆਪਣੇ ਕੋਲੇ ਫਤਿਹ ਬੁਲਾਇਓ ਸਾਰੇ। ਮੈਂ ਇੱਕ ਵਾਰੀ ਤੁਹਾਡਾ ਮਾਈਕ ਅਨਮਿਊਟ ਕਰ ਦੇਣਾ ਤਾਂ ਕਿ ਉਹ ਫਤਿਹ ਸੁਣ ਜਾਏਗੀ ਸਾਰੀ ਫੈਮਿਲੀ। ਤੇ ਓਕੇ, ਆਇਆ ਕੋਈ? ਆਇਆ ਜੀ, ਆਇਆ ਤੇ ਫਤਿਹ ਬੁਲਾਓ। ਜੋਤ ਸਿੰਘ ਦੇਖੋ ਕਿੰਨਾ ਸਿਆਣਾ ਹੈ, ਛੋਟਾ ਜਿਹਾ ਹੁੰਦਾ ਹੋਇਆ ਦਸਤਾਰ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਸਿਮਰਨ ਕੌਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਲੀਨ, ਗੁਰਲੀਨ ਤੂੰ ਹੈ ਪੁੱਤਰ? ਦਮਨ, ਗੁਰਲੀਨ ਹੈ? ਓਕੇ, ਅਨਮੋਲ ਸਿੰਘ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਨਾ ਜੋਤ ਸਿੰਘ ਨੇ ਫੋਨ ਕਰਕੇ ਦੱਸਿਆ ਹੈ, ਕਹਿੰਦਾ ਇਹ ਦਾਦਾ ਦਾਦੀ ਨਹੀਂ ਮੰਮੀ ਡੈਡੀ ਹੈ। ਓਕੇ, ਮੰਮੀ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਦਾ ਦਾਦੀ ਦੇਖੀ ਦੱਸਦੇ ਨੇ ਮੰਮੀ ਡੈਡੀ ਹੈ, ਡੈਡੀ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਮੋਹਨ ਸਿੰਘ ਗੁਰਮਤ ਦੀਆਂ ਪੁਸਤਕਾਂ ਪੜ੍ਹਨ ਲੱਗ ਪਿਆ। ਮੈਂ ਤੁਹਾਡੇ ਹੁਣ ਮਾਈਕ ਮਿਊਟ ਕਰ ਲਿਆ, ਠੀਕ ਹੈ। ਕੋਈ ਦੂਸਰੇ ਨੂੰ ਡਿਸਟਰਬੈਂਸ ਨਾ ਹੋਵੇ। ਓਕੇ, ਅਨਮੋਲ ਸਿੰਘ ਜਦੋਂ ਗੁਰਮਤ ਦੀ ਬੁੱਕ ਪੜ੍ਹਦਾ ਹੈ ਬਹੁਤ ਸਿਆਣਾ ਹੈ। ਪਤਾ ਕਿਉਂ? ਕਿਉਂਕਿ ਆਪਣੇ ਛੋਟੇ ਵੀਰੇ ਨੂੰ ਨਾਲ ਲੈ ਕੇ ਉਹਨੂੰ ਵਿੱਚੋਂ ਸਾਖੀਆਂ ਦੱਸਦਾ ਹੈ। ਤੁਹਾਡੇ ਚੋਂ ਬਹੁਤ ਘੱਟ ਬੱਚੇ ਨੇ ਜਿਹੜੇ ਆਪਣੇ ਛੋਟੇ ਵੀਰੇ ਨੂੰ, ਛੋਟੀ ਭੈਣ ਨੂੰ ਜਿਹੜੇ ਸਪੋਰਟ ਕਰਦੇ ਨੇ। ਤੇ ਤੁਹਾਡੇ ਚੋਂ ਉਹ ਤਾਂ ਬਹੁਤ ਨੇ ਜਿਹੜੇ ਲੜਦੇ ਨੇ, ਹਨਾ? ਏਦਾਂ ਹੀ ਹੈ ਨਾ, ਲੜਦੇ ਬਹੁਤ ਨੇ।
ਸਪੋਰਟ ਘੱਟ ਕਰਦੇ ਨੇ। ਕੌਣ ਕੌਣ ਨੇ ਜਿਹੜੇ ਆਪਣੇ ਛੋਟੇ ਬ੍ਰਦਰ ਨੂੰ ਛੋਟੀ ਸਿਸਟਰ ਨੂੰ ਸਪੋਰਟ ਕਰਦੇ ਨੇ? ਹੱਥ ਖੜਾ ਕਰੋ। ਵਾਓ, ਲੈ ਉਹ ਸਾਰਿਆਂ ਨੂੰ ਛੋਟਿਆਂ ਨੇ ਹੱਥ ਖੜਾ ਕਰ ਦਿੱਤਾ। ਤੁਸੀਂ ਫਾਈਟ ਕਰਦੇ ਹੋ ਹੈ ਨਾ, ਲੜਦੇ ਹੋ। ਜਿਹੜੇ ਆਪਣੇ ਛੋਟੇ ਭਰਾ ਛੋਟੀ ਭੈਣ ਨਾਲ ਲੜਦੇ ਨੇ ਉਹ ਚੰਗੇ ਬੱਚੇ ਨਹੀਂ ਹੁੰਦੇ। ਓਕੇ, ਅਨਮੋਲ ਸਿੰਘ ਜੋਤ ਸਿੰਘ ਨੂੰ ਬਹੁਤ ਕੋਆਪਰੇਟ ਕਰ ਰਿਹਾ ਹੈ, ਨਾਲੇ ਤਾਂ ਸਾਖੀਆਂ ਪੜ੍ਹਦਾ ਹੈ ਤੇ ਨਾਲ ਨਾਲ ਉਸ ਨੂੰ ਸੁਣਾਉਂਦਾ ਹੈ। ਤੇ ਜਦੋਂ ਸੁਣਾਉਂਦਾ ਹੈ ਨਾ ਫਿਰ ਜੋਤ ਸਿੰਘ ਬਹੁਤ ਖੁਸ਼ ਹੁੰਦਾ। ਛੋਟਾ ਜਿਹਾ ਦੇਖ ਲੈ, ਦਸਤਾਰ ਸਜਾਈ ਹੋਈ, ਨਾਲ ਆਪਣੇ ਵੀਰੇ ਦੇ ਸਾਖੀਆਂ ਸੁਣਦੇ ਨੇ। ਤੇ ਅੱਜ ਜਿਹੜੀ ਸਾਖੀ ਹੈ ਨਾ, ਅੱਜ ਦੀ ਸਾਖੀ ਇਹਨਾਂ ਨੇ ਪੜ੍ਹੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ, ਇੱਕ ਮਿੰਟ ਬੇਟੇ ਮੈਂ ਇਸ ਨੂੰ ਥੋੜਾ ਉਹ ਕਰ ਦੇਣਾ। ਓਕੇ, ਠੀਕ ਹੈ ਜੀ। ਹਾਂਜੀ ਬੇਟਾ ਜੀ, ਸੌਰੀ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਓਕੇ, ਤਾਂ ਇਹਨਾਂ ਨੇ ਜਿਹੜੀ ਸਾਖੀ ਪੜ੍ਹੀ ਉਹ ਅੱਜ ਆਪਾਂ ਇਹਨਾਂ ਤੋਂ ਸਾਖੀ ਸੁਣਨੀ ਹੈ। ਜਿਹੜੇ ਸਿਆਣੇ ਬੱਚੇ ਨੇ ਉਹ ਗੁਰਮਤਿ ਦੀਆਂ ਸਾਖੀਆਂ ਪੜ੍ਹਦੇ ਨੇ, ਫਿਰ ਮੰਮੀ ਡੈਡੀ ਨੂੰ ਸੁਣਾਉਂਦੇ ਨੇ। ਠੀਕ ਹੈ, ਕੁਝ ਬੱਚੇ ਨੇ ਉਹਨਾਂ ਦੇ ਮੰਮੀ ਡੈਡੀ ਕਹਿੰਦੇ ਵੀ ਅੱਜ ਕੀ ਪੜ੍ਹਿਆ ਸੁਣਾਓ। ਕੁਛ ਏਦਾਂ ਵੀ ਹੋ ਸਕਦਾ ਹੈ ਕਿ ਡੈਡੀ ਕਹਿੰਦੇ ਛੱਡ ਪਰੇ, ਮੇਰੇ ਕੋਲ ਟਾਈਮ ਨਹੀਂ ਹੈ, ਜਾਂ ਮੰਮੀ ਨੂੰ ਸੁਣਾ ਦੇ। ਏਦਾਂ ਵੀ ਹੁੰਦਾ ਹੈ। ਮੰਮੀ ਕਹਿੰਦੇ ਮੈਂ ਰੋਟੀ ਬਣਾਉਣੀ ਹੈ, ਆਪੇ ਪੜ੍ਹ ਲਾ ਤੂੰ, ਮੈਥੋਂ ਨਹੀਂ ਸੁਣਿਆ ਜਾਂਦਾ, ਹੈਨਾ। ਜਿਹੜੀਆਂ ਸਿਆਣੀਆਂ ਮੰਮੀਆਂ ਨੇ ਉਹ ਕਹਿੰਦੀਆਂ ਨੇ ਪੁੱਤ ਅੱਜ ਕੀ ਪੜ੍ਹਿਆ ਮੈਨੂੰ ਸੁਣਾਓ। ਜਿਹੜੇ ਸਿਆਣੇ ਡੈਡੀ ਨੇ ਉਹ ਕਹਿੰਦੇ ਨੇ ਪੁੱਤ ਕੀ ਪੜ੍ਹਿਆ ਸੁਣਾਓ, ਉਹ ਮੋਟੀਵੇਟ ਕਰਦੇ ਨੇ। ਇਹ ਦੋਨਾਂ ਦੇ ਮੰਮੀ ਡੈਡੀ ਬਹੁਤ ਸਿਆਣੇ ਨੇ, ਪੁੱਛਦੇ ਨੇ ਉਹਨਾਂ ਨੂੰ, ਫਿਰ ਆਪਣੇ ਮੰਮੀ ਡੈਡੀ ਨੂੰ ਸੁਣਾਉਂਦੇ ਨੇ। ਅੱਜ ਇਹਨਾਂ ਨੇ ਜਿਹੜੀ ਸਾਖੀ ਪੜ੍ਹੀ ਨਾ, ਉਹ ਸਾਖੀ ਵਿੱਚ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਕੀਰਤਨ ਕਰਦੇ ਕਰਦੇ ਪਤਾ ਕਿੱਥੇ ਪਹੁੰਚੇ? ਬਗਦਾਦ ਦੇ ਵਿੱਚ। ਬਗਦਾਦ ਜਿਹੜਾ ਹੈ ਉਹ ਉਸ ਵੇਲੇ ਡੈਮੋਕ੍ਰੇਸੀ ਨਹੀਂ ਸੀ ਹੁੰਦੀ ਬੇਟਾ ਜੀ, ਉਸ ਵੇਲੇ ਡਿਕਟੇਟਰਸ਼ਿਪ ਹੁੰਦੀ ਸੀ। ਤੇ ਉਹ ਜਿਹੜੀ ਡਿਕਟੇਟਰਸ਼ਿਪ ਦੇ ਵਿੱਚ ਇਸਲਾਮਿਕ ਰਾਜ ਹੁੰਦਾ ਸੀ, ਮੁਸਲਮਾਨ ਵੀਰ ਉਸ ਵਿੱਚ ਰਹਿੰਦੇ ਸਨ। ਤੇ ਜਿਹੜਾ ਡਿਕਟੇਟਰ ਹੁੰਦਾ ਸੀ ਉਹ ਜੋ ਕਹਿ ਦਿੰਦਾ ਸੀ ਉਹੀ ਲੋਕਾਂ ਨੂੰ ਮੰਨਣਾ ਪੈਂਦਾ ਸੀ। ਤੇ ਜਿਹੜੇ ਉਸ ਵੇਲੇ ਕੋਰਟ ਨਹੀਂ ਸੀ ਹੁੰਦੀ, ਜਿਵੇਂ ਡੈਮੋਕ੍ਰੇਸੀ ਨਹੀਂ ਸੀ ਨਾ ਹੁੰਦੀ, ਕਚਹਿਰੀਆਂ ਨਹੀਂ ਸੀ ਹੁੰਦੀਆਂ, ਕੋਰਟ ਨਹੀਂ ਸੀ ਹੁੰਦੀ। ਉਸ ਵੇਲੇ ਕੀ ਹੁੰਦਾ ਸੀ, ਜਿਹੜੇ ਉਹਨਾਂ ਦੇ ਧਾਰਮਿਕ ਸਥਾਨ ਨੇ, ਧਾਰਮਿਕ ਸਥਾਨ ਕਿਹੜੇ ਨੇ? ਜਿਹੜੀ ਮਸੀਤ ਨੇ, ਮਦਰਸੇ ਨੇ, ਉਹਦੇ ਵਿੱਚ ਜਿਹੜਾ ਮੌਲਵੀ ਹੁੰਦਾ ਸੀ ਉਹੀ ਇੱਕ ਤਰ੍ਹਾਂ ਨਾਲ ਜੱਜ ਹੁੰਦਾ ਸੀ, ਮੈਜਿਸਟ੍ਰੇਟ ਹੁੰਦਾ ਸੀ। ਜੋ ਮੌਲਵੀ ਨੇ ਕਹਿ ਦਿੱਤਾ ਉਹ ਲੋਕਾਂ ਨੂੰ ਮੰਨਣਾ ਪੈਂਦਾ ਸੀ। ਤੇ ਉੱਥੇ ਬਗਦਾਦ ਦੇ ਵਿੱਚ ਉਹਨਾਂ ਨੇ ਇੱਕ ਵਰਬਲੀ ਕਾਨੂੰਨ ਪਾਸ ਕਰ ਦਿੱਤਾ, ਕਿਉਂਕਿ ਡੈਮੋਕ੍ਰੇਸੀ ਨਹੀਂ ਸੀ। ਡੈਮੋਕ੍ਰੇਸੀ ਦੇ ਵਿੱਚ ਤਾਂ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਹੁੰਦੇ ਨੇ, ਫਿਰ ਉਹ ਇਨ ਰਿਟਨ ਹੁੰਦੇ ਨੇ, ਉਹਦਾ ਫਿਰ ਕਨਸਟੀਟਿਊਸ਼ਨ ਬਣਦਾ ਹੈ। ਤੇ ਜਿੱਥੇ ਡਿਕਟੇਟਰਸ਼ਿਪ ਹੁੰਦੀ ਸੀ ਉੱਥੇ ਵਰਬਲੀ ਜੋ ਕਹਿ ਦਿੱਤਾ ਉਹੀ ਕਾਨੂੰਨ ਬਣਦਾ ਸੀ। ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਕੋਈ ਵੀ ਵਿਅਕਤੀ ਸਾਡੇ ਦੇਸ਼ ਦੇ ਵਿੱਚ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵਜਾ ਸਕਦਾ। ਕੀ ਕਾਨੂੰਨ ਪਾਸ ਕੀਤਾ ਕਿ ਕੋਈ ਵੀ ਵਿਅਕਤੀ ਸਾਡੇ ਦੇਸ਼ ਦੇ ਵਿੱਚ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵਜਾ ਸਕਦਾ। ਅਗਰ ਕੋਈ ਮਿਊਜ਼ੀਕਲ ਇੰਸਟਰੂਮੈਂਟ ਵਜਾਏਗਾ ਤਾਂ ਉਸ ਨੂੰ ਪਨਿਸ਼ਮੈਂਟ ਦਿੱਤੀ ਜਾਏਗੀ। ਇਹ ਉਹਨਾਂ ਨੇ ਉੱਥੇ ਕਾਨੂੰਨ ਬਣਾਇਆ ਸੀ। ਗੁਰੂ ਨਾਨਕ ਪਾਤਸ਼ਾਹ ਉੱਥੇ ਜਾ ਕੇ ਕੀਰਤਨ ਕਰਨ ਲੱਗ ਪਏ। ਜਦੋਂ ਕੀਰਤਨ ਕਰਨ ਲੱਗ ਪਏ ਨਾ, ਤੇ ਉੱਥੋਂ ਦਾ ਜਿਹੜਾ ਪੀਰ ਸੀਗਾ, ਧਾਰਮਿਕ ਵਿਅਕਤੀ, ਕਿਉਂਕਿ ਜੋ ਧਾਰਮਿਕ ਵਿਅਕਤੀ ਕਹਿ ਦਿੰਦੇ ਸੀ ਉਹੀ ਮੈਜਿਸਟ੍ਰੇਟ ਵਾਂਗ ਲੋਕ ਉਹਨੂੰ ਆਰਡਰ ਮੰਨਦੇ ਸਨ। ਤੇ ਉਹ ਜਿਹੜਾ ਪੀਰ ਸੀ ਉਹ ਕਹਿੰਦਾ ਕੌਣ ਹੈ ਜਿਹਨੇ ਸਾਡੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ? ਅਸੀਂ ਤੇ ਕਹਿੰਦੇ ਇੱਥੇ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵੱਜਣਾ ਚਾਹੀਦਾ, ਇਹਨਾਂ ਨੇ ਇੱਥੇ ਰਬਾਬ ਵਜਾਈ ਹੈ ਤੇ ਨਾਲ ਪਤਾ ਨਹੀਂ ਕੀ ਗਾਇਆ ਹੈ। ਏਦਾਂ ਕਰੋ, ਇਹਨਾਂ ਨੂੰ ਬੱਟੇ ਮਾਰ ਮਾਰ ਕੇ ਮਾਰ ਦਿਓ ਇਹਨਾਂ ਨੂੰ। ਇਹ ਪਨਿਸ਼ਮੈਂਟ ਦਾ ਆਰਡਰ ਕਰ ਦਿੱਤਾ। ਤਾਂ ਲੋਕ ਬੱਟੇ ਮਾਰਨ ਵਾਸਤੇ ਸਾਰੇ ਇਕੱਠੇ ਹੋ ਗਏ। ਜਦੋਂ ਇਕੱਠੇ ਹੋ ਗਏ ਨਾ, ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ ਕਿ ਜਿਵੇਂ ਉਹ ਮਸੀਤ ਦੇ ਵਿੱਚ
ਜਿਵੇਂ ਨਵਾਜ਼ ਪੜ੍ਹੀ ਜਾਂਦੀ ਹੈ ਨਾ ਉੱਚੀ ਜਣੇ, ਉਹ ਕਹਿੰਦੇ ਅੱਲਾਹੂ ਅਕਬਰ, ਇਦਾਂ ਕਰਕੇ ਨਵਾਜ਼ ਪੜ੍ਹਦੇ ਨਾ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨੇ ਉੱਚੀ ਜਣੇ ਓੰਕਾਰ ਦੀ ਆਵਾਜ਼ ਦਿੱਤੀ। ਉਹਨਾਂ ਨੂੰ ਇਦਾਂ ਲੱਗਿਆ ਇਹ ਤਾਂ ਨਵਾਜ਼ ਪੜ੍ਹ ਰਹੇ ਨੇ। ਉਹ ਜਿਹੜੇ ਬੱਟੇ ਮਾਰਨ ਆਏ ਸੀ ਨਾ ਇੱਕਦਮ ਰੁਕ ਗਏ। ਉਹ ਜਦੋਂ ਰੁਕ ਗਏ ਨੇ, ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਤੁਸੀਂ ਹੱਥਾਂ 'ਚ ਬੱਟੇ ਕਿਉਂ ਚੁੱਕੇ ਹੋਏ ਨੇ? ਕਹਿੰਦੇ ਜੀ ਤੁਸੀਂ ਸਾਡੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸਾਡਾ ਧਰਮ ਕਹਿੰਦਾ ਹੈ ਕਿ ਕੋਈ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵਜਾ ਸਕਦਾ ਸਾਡੇ ਦੇਸ਼ ਵਿੱਚ, ਤੇ ਤੁਸੀਂ ਮਿਊਜ਼ੀਕਲ ਇੰਸਟਰੂਮੈਂਟ ਵਜਾਇਆ। ਸਤਿਗੁਰੂ ਕਹਿਣ ਲੱਗੇ ਕਿ ਤੁਹਾਡਾ ਧਰਮ ਤਾਂ ਇਹ ਵੀ ਕਹਿੰਦਾ ਹੈ ਕਿ ਹੁਣ ਇਸ ਵੇਲੇ ਨਵਾਜ਼ ਪੜ੍ਹਨੀ ਚਾਹੀਦੀ ਹੈ, ਤੇ ਜਦੋਂ ਨਵਾਜ਼ ਪੜ੍ਹਨੀ ਚਾਹੀਦੀ ਹੈ ਉਸ ਵੇਲੇ ਤੁਸੀਂ ਹੱਥਾਂ 'ਚ ਬੱਟੇ ਲਈ ਬੈਠੇ ਹੋ। ਤੁਹਾਡੇ ਹੱਥ ਤਾਂ ਰੱਬ ਦੇ ਅੱਗੇ ਇਦਾਂ ਜੁੜਨੇ ਚਾਹੀਦੇ ਸੀ, ਹੱਥਾਂ 'ਚ ਬੱਟੇ ਲਈ ਬੈਠੇ ਹੋ। ਤਾਂ ਲੋਕ ਚੁੱਪ ਹੋ ਗਏ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ, ਉਸ ਵੇਲੇ ਉਹਨਾਂ ਇੱਕ ਐਗਜ਼ਾਮਪਲ ਦਿੱਤੀ। ਐਗਜ਼ਾਮਪਲ ਹੈ ਬੇਟਾ ਜੀ, ਇੱਕ ਬ੍ਰਿਕਸ਼ ਹੁੰਦਾ ਹੈ, ਉਹਨੂੰ ਪੰਜਾਬੀ ਵਿੱਚ ਕਿੱਕਰ ਦਾ ਬ੍ਰਿਕਸ਼ ਕਹਿੰਦੇ ਆਪਾਂ, ਕਿੱਕਰ ਦਾ। ਉਹਦੇ 'ਚ ਨਾ ਕੰਡੇ ਲੱਗਦੇ ਨੇ, ਉਸ ਬ੍ਰਿਕਸ਼ ਦੇ ਨਿਰੇ ਕੰਡੇ ਹੀ ਕੰਡੇ ਹੁੰਦੇ ਨੇ, ਕਿੱਕਰ ਦਾ ਬ੍ਰਿਕਸ਼ ਉਹਨੂੰ ਕਹਿੰਦੇ ਨੇ। ਉਹਦੇ ਥੋੜੇ ਜਿਹੇ ਫਲ ਲੱਗਦੇ ਨੇ, ਉਹਨੂੰ ਤੁੱਕੇ ਕਹਿੰਦੇ ਨੇ, ਤੁੱਕੇ। ਉਹ ਜਿਹੜੇ ਫਲ ਲੱਗਦੇ ਨੇ ਨਾ ਉਹ ਕੌੜੇ ਹੁੰਦੇ ਨੇ। ਆਮ ਤੌਰ ਤੇ ਬੱਕਰੀਆਂ ਜਿਹੜੀਆਂ ਨੇ ਉਹ ਖਾਂਦੀਆਂ ਨੇ ਉਸ ਕੌੜੇ ਫਲ ਨੂੰ, ਤੇ ਕੁਝ ਲੋਕ ਉਹ ਜਿਹੜੇ ਤੁੱਕੇ ਹੁੰਦੇ ਉਹਦਾ ਸੁਕਾ ਕੇ ਅਚਾਰ ਵੀ ਬਣਾ ਲੈਂਦੇ ਨੇ, ਤੇ ਉਂਝ ਉਹਦੇ ਜ਼ਿਆਦਾ ਕੰਡੇ ਹੁੰਦੇ ਨੇ ਉਹਨਾਂ ਕਿੱਕਰਾਂ ਦੇ। ਤੇ ਸਤਿਗੁਰੂ ਕਹਿੰਦੇ ਭਾਈ ਸੁਣੋ, ਜੇ ਕੋਈ ਕਿੱਕਰ ਦਾ ਬ੍ਰਿਕਸ਼ ਹੋਵੇ ਜਿਹਨੂੰ ਕੰਡੇ ਹੀ ਕੰਡੇ ਲੱਗਦੇ ਹੋਣ, ਤੇ ਉਹ ਗੁਲਾਬ ਦੇ ਕੰਡਿਆਂ ਵਿੱਚੋਂ ਨੁਕਸ ਕੱਢਦਾ ਹੋਵੇ, ਕਹਿੰਦੇ ਚੰਗਾ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਮੇਰੇ ਬੱਟੇ ਮਾਰਨੇ ਨੇ ਨਾ, ਉਹ ਬੱਟੇ ਮਾਰੋ ਜਿਹਨੇ ਕਦੀ ਜ਼ਿੰਦਗੀ ਦੇ ਵਿੱਚ ਕੋਈ ਗਲਤੀ ਨਾ ਕੀਤੀ ਹੋਵੇ। ਚੁੱਪ ਹੋ ਗਏ, ਕਿਉਂਕਿ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ, ਹਰ ਬੰਦੇ ਤੋਂ ਭੁੱਲਾਂ ਹੁੰਦੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਹਾਨੂੰ ਆਪਣੀਆਂ ਗਲਤੀਆਂ ਨਹੀਂ ਦਿਸਦੀਆਂ, ਤੁਸੀਂ ਦੂਸਰਿਆਂ ਦੀਆਂ ਗਲਤੀਆਂ ਨੂੰ ਦੇਖਦੇ ਪਏ ਜੇ। ਜਾਓ ਜਾ ਕੇ ਉਹਨੂੰ ਲੈ ਕੇ ਆਓ ਜਿਹਨੇ ਕਦੀ ਗਲਤੀ ਨਾ ਕੀਤੀ ਹੋਵੇ। ਤੇ ਲੋਕ ਵਿਚਾਰੇ ਮੁੜ ਗਏ ਪੁੱਠੇ। ਔਰ ਦੁਨੀਆ ਤੇ ਦੇਖਿਓ ਬੇਟੇ, ਜਿਹੜੇ ਲੋਕ ਸਿੱਖੀ ਪ੍ਰਚਾਰ ਦਾ ਵਿਰੋਧ ਕਰਦੇ ਹੁੰਦੇ ਨੇ ਨਾ, ਉਹ ਖੁਦ ਬੇਟਾ ਜੀ ਸਿੱਖੀ ਤੋਂ ਬਹੁਤ ਦੂਰ ਹੁੰਦੇ ਨੇ। ਤੁਸੀਂ ਦੇਖ ਲੈਣਾ, ਕਦੀ ਸਿੱਖੀ ਪ੍ਰਚਾਰ ਦਾ ਵਿਰੋਧ ਹੀ ਉਹੀ ਕਰਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਹੀ ਨਹੀਂ ਸਮਝ ਆਉਂਦੇ। ਉਹ ਹੁਕਮਨਾਮਾ ਸੁਣਨਗੇ, ਉਹਨਾਂ ਨੂੰ ਅਰਥ ਨਹੀਂ ਸਮਝ ਆਉਂਦੀ। ਹੁਣ ਦੁਨੀਆ ਤੇ ਦੇਖਿਓ, ਅਗਰ ਕੋਈ ਸ਼ਰਾਬਾਂ ਪੀਂਦਾ ਹੋਵੇ, ਸਿੱਖੀ ਤੋਂ ਦੂਰ ਹੋਵੇ, ਗੁਰਬਾਣੀ ਤੋਂ ਦੂਰ ਹੋਵੇ, ਭਲਾ ਉਹ ਕਦੀ ਸਿੱਖੀ ਪ੍ਰਚਾਰ ਦਾ ਵਿਰੋਧ ਕਰਦਾ ਚੰਗਾ ਲੱਗਦਾ? ਸਤਿਗੁਰੂ ਕਹਿਣ ਲੱਗੇ ਵਿਰੋਧ ਤਾਂ ਕਰੋ ਜੇ ਤੁਸੀਂ ਆਪਣਾ ਧਰਮ ਨਿਭਾਉਂਦੇ ਹੋਵੋ। ਨਿਵਾਜ਼ ਦਾ ਸਮਾਂ ਹੈ, ਤੁਸੀਂ ਇਸ ਵੇਲੇ ਤੇ ਬੱਟੇ ਚੱਕੇ ਹੋਏ ਨੇ, ਕਿਉਂਕਿ ਲੋਕ ਐਗਰੈਸਿਵ ਹੋ ਜਾਂਦੇ ਨੇ ਦੂਸਰੇ ਦੀਆਂ ਗਲਤੀਆਂ ਦੇਖ ਕੇ, ਦੂਸਰੇ ਦੀਆਂ ਗਲਤੀਆਂ ਨੂੰ ਸਜ਼ਾਵਾਂ ਦੇਣ ਵਾਸਤੇ। ਤੇ ਲੋਕਾਂ ਨੂੰ ਮੇਰੇ ਗੁਰੂ ਪਾਤਸ਼ਾਹ ਦੇ ਬਚਨਾਂ ਨੇ ਚੁੱਪ ਕਰਾ ਦਿੱਤਾ। ਉਹ ਜਾ ਕੇ ਪੀਰ ਕੋਲੇ ਚਲੇ ਗਏ। ਉਸ ਪੀਰ ਦਾ ਨਾਮ ਸੀ ਦਸਤਗੀਰ, ਲਿਖ ਲਵੋ। ਉਸ ਪੀਰ ਦਾ ਨਾਮ ਸੀ ਦਸਤਗੀਰ, DAST, ਦਸਤਗੀਰ, GIR, ਗੀਰ, ਦਸਤਗੀਰ। ਤੇ ਉਹਨਾਂ ਨੇ ਲੋਕਾਂ ਨੇ ਦੱਸਿਆ, ਕਹਿਣ ਲੱਗੇ ਵੀ ਇਹ ਜਿਹੜੇ ਮਹਾਂਪੁਰਸ਼ ਆਏ ਨੇ, ਇਹ ਜਿਹੜਾ ਕੀਰਤਨ ਕਰਦੇ ਨੇ, ਉਹਨਾਂ ਦੇ ਤਾਂ ਬਚਨ ਬੜੇ ਕਮਾਲ ਦੇ ਨੇ, ਸਾਡੇ ਤੋਂ ਤਾਂ ਬੱਟੇ ਵੱਜੇ ਨਹੀਂ ਉਹਨਾਂ ਦੇ, ਕਿਉਂਕਿ ਉਹਨਾਂ ਨੇ ਤਾਂ ਸਾਡੀ ਆਤਮਾ ਹਲੂਣ ਦਿੱਤੀ। ਉਹਨਾਂ ਨੇ ਤਾਂ ਸਾਨੂੰ ਅੰਦਰੋਂ ਝੰਜੋੜਾ ਦੇ ਦਿੱਤਾ ਵੀ ਜੇ ਤੁਸੀਂ ਖੁਦ ਗਲਤੀਆਂ ਕੀਤੀਆਂ ਨੇ, ਜੇ ਖੁਦ ਤੁਸੀਂ ਭੁੱਲਾਂ ਕੀਤੀਆਂ ਨੇ, ਤਾਂ ਤੁਸੀਂ ਕਿੱਦਾਂ ਦੂਸਰੇ ਨੂੰ ਸਜ਼ਾ ਦੇਣ ਦੇ ਹੱਕਦਾਰ ਹੋ। ਤੇ ਸਤਿਗੁਰੂ ਸੱਚੇ, ਉਹਨਾਂ ਨੇ ਜਾ ਕੇ ਜਦੋਂ ਪੀਰ ਨੂੰ ਕਿਹਾ ਨਾ, ਫਿਰ ਪੀਰ ਆਪ ਚੱਲ ਕੇ ਆਇਆ ਬੇਟਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਤਿਗੁਰੂ ਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਦੱਸੋ। ਕਹਿੰਦਾ ਜੀ ਸਾਡੇ ਦੇਸ਼ ਦਾ ਕਾਨੂੰਨ ਹੈ ਕਿ ਇੱਥੇ ਕੋਈ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵੱਜਣਾ ਚਾਹੀਦਾ, ਇੱਥੇ ਕੋਈ ਸਾਜ਼ ਨਹੀਂ ਵੱਜਣਾ ਚਾਹੀਦਾ। ਤੁਸੀਂ ਰਬਾਬ ਲੈ ਕੇ ਕੁਝ ਗਾਇਆ ਹੈ ਤੇ ਤੁਸੀਂ ਸਾਡੇ ਦੇਸ਼ ਦੀ ਉਲੰਘਣਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮੈਨੂੰ ਇਹ ਦੱਸ ਦੇਵੋ ਕਿ ਤੁਸੀਂ ਸਾਜ਼ ਤੇ ਪਾਬੰਦੀ ਕਿਉਂ ਲਾਈ ਹੈ, ਮਿਊਜ਼ੀਕਲ ਇੰਸਟਰੂਮੈਂਟ ਵਜਾਉਣ ਤੇ ਕਿਉਂ ਮਨਾਹੀ ਕੀਤੀ ਹੈ। ਕਹਿਣ ਲੱਗੇ ਜੀ ਜਿੱਥੇ ਮਿਊਜ਼ੀਕਲ ਇੰਸਟਰੂਮੈਂਟ ਵੱਜਦੇ ਨੇ ਉੱਥੇ ਲੋਕ ਨਾਚ ਨੱਚਦੇ ਨੇ, ਜਿੱਥੇ ਇਹ ਸਾਜ਼ ਵੱਜਦੇ ਨੇ ਉੱਥੇ ਜਦੋਂ ਨੱਚਿਆ ਜਾਂਦਾ ਹੈ ਉੱਥੇ ਸ਼ਰਾਬਾਂ ਹੁੰਦੀਆਂ ਨੇ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਕਿਸੇ ਦੇ ਕੋਲ ਹੀਰਾ ਹੋਵੇ, ਡਾਇਮੰਡ ਹੋਵੇ ਤੇ ਉਹ ਮੈਲੇ ਕੱਪੜੇ ਵਿੱਚ ਲਪੇਟਿਆ ਹੋਵੇ ਤਾਂ ਤੁਸੀਂ ਭਲਾ ਕੀ ਉਹ ਹੀਰਾ ਸੁੱਟ ਦਿਓਗੇ? ਕਹਿਣ ਲੱਗਾ ਨਹੀਂ ਜੀ, ਹੀਰਾ ਥੋੜੀ ਸੁੱਟਾਂਗੇ, ਅਸੀਂ ਤਾਂ ਉਹ ਕੱਪੜਾ ਬਦਲ ਦੇਵਾਂਗੇ, ਕਿਉਂਕਿ ਹੀਰੇ ਦਾ ਕੀ ਕਸੂਰ ਹੈ, ਹੀਰਾ ਤਾਂ ਕੀਮਤੀ ਹੈ, ਮੈਲੇ ਕੱਪੜਿਆਂ ਵਿੱਚ ਵੀ, ਤੇ ਅਸੀਂ ਕੱਪੜਾ ਬਦਲਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸੰਗੀਤ ਹੈ ਨਾ, ਮਿਊਜ਼ਿਕ ਜਿਹੜਾ ਹੈ, ਉਹ ਤਾਂ ਇੱਕ ਹੀਰੇ ਵਾਂਗ ਬੜਾ ਕੀਮਤੀ ਹੈ। ਉਹ ਜਿਵੇਂ ਕੱਪੜਾ ਮੈਲਾ ਹੈ ਨਾ, ਇਵੇਂ ਬੋਲ ਮੈਲੇ ਨੇ ਜਿਹੜੇ ਇਹਨਾਂ ਸਾਜ਼ਾਂ ਦੇ ਨਾਲ ਗੰਦੇ ਗੀਤ ਗਾਉਂਦੇ ਨੇ, ਇਹਨਾਂ ਸਾਜ਼ਾਂ ਦੇ ਨਾਲ ਕਾਮ ਵਾਸ਼ਨਾਵਾਂ ਵਾਲੀਆਂ, ਸੈਕਸੁਅਲ ਡਿਜ਼ਾਇਰ ਵਾਲੀਆਂ ਉਹ ਲਾਈਨਾਂ, ਉਹ ਸ਼ਬਦ ਬੋਲ ਕੇ ਗੰਦੇ ਗੀਤ ਗਾਉਂਦੇ ਨੇ। ਉਹ ਕੱਪੜਾ ਬਦਲਣਾ ਚਾਹੀਦਾ ਹੈ, ਨਾ ਕਿ ਹੀਰਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮੈਂ ਤੇ ਇਸ ਰਬਾਬ ਦੇ ਨਾਲ ਜੋ ਗਾਇਆ ਹੈ ਨਾ, ਉਹਦੇ ਵਿੱਚ ਜਿਹੜੇ ਸ਼ਬਦ ਨੇ ਨਾ, ਉਹ ਤਾਂ ਖੁਦਾ ਨੂੰ ਯਾਦ ਕਰਵਾਉਂਦੇ ਨੇ। ਮੇਰੇ ਸਾਜ਼ਾਂ ਨਾਲ ਗਾਏ ਹੋਏ ਸ਼ਬਦ ਰੱਬ ਨੂੰ ਚੇਤੇ ਕਰਾਉਂਦੇ ਨੇ। ਮੇਰੇ ਸਾਜ਼ਾਂ ਨਾਲ ਗਾਏ ਹੋਏ ਸ਼ਬਦ ਰੱਬ ਦਾ ਪਿਆਰ ਅੰਦਰ ਪੈਦਾ ਕਰਦੇ ਨੇ। ਇਹ ਜਿਹੜੇ ਅਸੀਂ ਰਬਾਬ ਨਾਲ ਗਾ ਰਹੇ ਹਾਂ ਰੱਬ ਦੀ ਬਾਣੀ, ਇਸ ਬਾਣੀ ਦੇ ਨਾਲ ਤਾਂ ਮਨ ਅੰਦਰ ਰੱਬ ਦਾ ਭੈ ਪੈਦਾ ਹੁੰਦਾ ਹੈ, ਰੱਬੀ ਗੁਣ ਪੈਦਾ ਹੁੰਦੇ ਨੇ, ਰੱਬ ਦਾ ਸ਼ੁਕਰਾਨਾ ਪੈਦਾ ਹੁੰਦਾ ਹੈ। ਭਾਈ ਇਹ ਸੰਗੀਤ ਮਾੜਾ ਨਹੀਂ ਹੈ, ਮਾੜਾ ਤਾਂ ਉਹ ਹੈ ਜੋ ਇਹਨਾਂ ਸਾਜ਼ਾਂ ਨਾਲ, ਇਹਨਾਂ ਮਿਊਜ਼ੀਕਲ ਇੰਸਟਰੂਮੈਂਟ ਦੇ ਨਾਲ ਗੰਦੇ ਗੀਤ ਗਾਉਂਦੇ ਨੇ ਤੇ ਉਹਨਾਂ ਗੀਤਾਂ ਦੇ ਉੱਪਰ ਨੱਚਦੇ ਨੇ। ਉਹ ਪੀਰ ਬੜਾ ਖੁਸ਼ ਹੋਇਆ, ਬੜਾ ਪ੍ਰਭਾਵਿਤ ਹੋਇਆ ਗੁਰੂ ਪਾਤਸ਼ਾਹ ਦੀਆਂ ਗੱਲਾਂ ਤੋਂ। ਕਿਉਂਕਿ ਜਦੋਂ ਕੋਈ ਧਿਆਨ ਨਾਲ ਸੁਣਦਾ ਨਾ ਬੇਟਾ ਜੀ, ਜਦੋਂ ਸਾਹਮਣੇ ਵਾਲੇ ਦੀ ਲੌਜਿਕ ਨੂੰ ਕੋਈ ਸੁਣੇਗਾ ਧਿਆਨ ਦੇ ਨਾਲ, ਉਸ ਲੌਜਿਕ ਨੂੰ ਆਪਣੇ ਤੇ ਲਾ ਕੇ ਦੇਖੇਗਾ ਤੇ ਬੰਦੇ ਨੂੰ ਫਿਰ ਪਤਾ ਲੱਗੇਗਾ ਕਿ ਸੱਚਮੁੱਚ ਹੀ ਮੈਂ ਇੱਥੇ ਗਲਤ ਹਾਂ। ਤੇ ਉਸਨੇ ਗੁਰੂ ਪਾਤਸ਼ਾਹ ਦੇ ਅੱਗੇ ਸੀਸ ਝੁਕਾਇਆ ਤੇ ਫਿਰ ਉਹਨੇ ਇੱਕ ਤੀਸਰਾ ਸਵਾਲ ਪੁੱਛਿਆ। ਕਹਿਣ ਲੱਗਾ ਜੀ ਫਿਰ ਮੈਨੂੰ ਇਹ ਦੱਸੋ, ਜੇ ਸਾਜ਼ਾਂ ਦੇ ਨਾਲ ਰੱਬ ਦੀ ਸਿਫਤ ਸਲਾਹ, ਭਾਵ ਸਾਜ਼ ਜਿਹੜੇ ਨੇ ਮਿਊਜ਼ੀਕਲ ਇੰਸਟਰੂਮੈਂਟਸ, ਇਹਦੇ ਨਾਲ ਗੁਰਬਾਣੀ ਗਾਈ ਜਾਵੇ ਤਾਂ ਉਹ ਬੰਦੇ ਦੇ ਜੀਵਨ ਨੂੰ ਕਿਵੇਂ ਬਦਲਦੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁਣੋ, ਜਿਹੜਾ ਲੋਹੇ ਦਾ ਭਾਂਡਾ ਹੋਵੇ ਨਾ, ਜੇ ਉਸ ਭਾਂਡੇ ਦਾ ਰੂਪ ਬਦਲਣਾ ਹੈ, ਉਸ ਭਾਂਡੇ ਨੂੰ ਬਦਲਣਾ ਹੈ, ਉਂਝ ਅਸੀਂ ਕੁੱਟ-ਕੁੱਟ ਕੇ ਬਦਲਾਂਗੇ ਨਾ ਤੇ ਭਾਂਡਾ ਚਿੱਬਾ ਹੋ ਜਾਏਗਾ, ਡੈਂਟ ਪੈ ਜਾਣਗੇ, ਵਿੰਗਾ ਹੋ ਜਾਏਗਾ, ਉਹ ਤੇ ਬਦਸੂਰਤ ਹੋ ਜਾਏਗਾ, ਭੈੜਾ ਹੋ ਜਾਏਗਾ। ਜੇ ਉਸ ਭਾਂਡੇ ਨੂੰ ਅਸੀਂ ਅੱਗ ਤੇ ਰੱਖ ਦੇਵਾਂਗੇ ਨਾ, ਅੱਗ ਦੇ ਵਿੱਚ ਪਹਿਲਾਂ ਪਿੰਗਲ ਜਾਏਗਾ, ਫਿਰ ਉਹ ਨਵਾਂ ਉਹਦਾ ਬਰਤਨ, ਨਵਾਂ ਜਿਹੜਾ ਹੈ ਉਹ ਪੌਟ ਬਣ ਜਾਏਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸੇ ਤਰ੍ਹਾਂ ਸਾਡਾ ਮਨ, ਇਸ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਕਿਧਰੇ ਮਨ ਨੂੰ ਹੰਕਾਰ ਦੀ ਮੈਲ ਲੱਗਦੀ ਹੈ, ਕਿਧਰੇ ਮਨ ਨੂੰ ਨਫ਼ਰਤ ਦੀ ਮੈਲ ਲੱਗਦੀ ਹੈ। ਬੇਟਾ ਜੀ ਮਨ ਦੇ ਅੰਦਰ ਲੋਭ ਲਾਲਚ ਦੀ ਵੀ ਮੈਲ ਲੱਗ ਜਾਂਦੀ ਹੈ। ਇਹ ਮਨ ਦੇ ਵਿੱਚ ਮੈਲ ਕਿਵੇਂ ਲੱਗਦੀ ਹੈ? ਸਾਰੇ ਬੱਚੇ ਨੋਟ ਕਰ ਲਿਓ। ਜਿੰਨਾ ਅਸੀਂ ਕੰਨਾਂ ਦੇ ਨਾਲ ਲੋਭ ਲਾਲਚ ਦੀਆਂ ਗੱਲਾਂ ਸੁਣਾਂਗੇ, ਮਨ ਮੈਲਾ ਹੁੰਦਾ ਜਾਏਗਾ। ਨੰਬਰ 2, ਜਿੰਨਾ ਕੰਨਾਂ ਦੇ ਨਾਲ ਨਫ਼ਰਤ ਦੀਆਂ ਗੱਲਾਂ ਸੁਣੀ ਜਾਵਾਂਗੇ, ਮਨ ਮੈਲਾ ਹੋ ਜਾਏਗਾ। ਜਿੰਨਾ ਅਸੀਂ ਕੰਨਾਂ ਦੇ ਨਾਲ ਬੇਕਾਰਾਂ ਦੀਆਂ, ਕਾਮ ਵਾਸ਼ਨਾਵਾਂ ਦੀਆਂ ਗੱਲਾਂ ਸੁਣਾਂਗੇ, ਜੇ ਕੋਈ ਕੰਨਾਂ ਨਾਲ ਗੰਦੇ ਗੀਤ ਸੁਣਦਾ ਹੈ, ਜੇ ਕੋਈ ਫਿਲਮੀ ਜਿਹੜੀਆਂ ਨੇ ਉਸ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਨੂੰ ਸੁਣਦਾ ਹੈ, ਤੇ ਮਨ ਮੈਲਾ ਹੁੰਦਾ ਹੈ। ਤੇ ਸਤਿਗੁਰੂ ਕਹਿੰਦੇ ਜਿਵੇਂ ਭਾਂਡੇ ਨੂੰ ਅੱਗ ਤੇ ਰੱਖ ਕੇ ਪਿਘਾਲਿਆ ਜਾਂਦਾ ਹੈ, ਮੈਲਟ ਕੀਤਾ ਜਾਂਦਾ ਹੈ, ਫਿਰ ਉਹ ਨਵਾਂ ਭਾਂਡਾ ਬਣਦਾ ਹੈ। ਇਸੇ ਤਰ੍ਹਾਂ ਜਦੋਂ ਮਨ ਕੀਰਤਨ ਸੁਣਦਾ ਹੈ ਨਾ, ਇਹ ਕੀਰਤਨ ਦੇ ਨਾਲ ਮੈਲਟ ਹੋ ਜਾਂਦਾ ਹੈ। ਮਨ ਸੈਂਸਿਟਿਵ ਹੋ ਜਾਂਦਾ ਹੈ ਕੀਰਤਨ ਸੁਣਨ ਦੇ ਨਾਲ। ਫਿਰ ਮਨ ਦੀ ਕੀ ਨਿਸ਼ਾਨੀ ਹੈ ਕਿ ਕੀਰਤਨ ਸੁਣਦਿਆਂ ਮਨ ਪਿਘਲ ਗਿਆ? ਬੇਟੇ ਨੰਬਰ 1 ਤਾਂ ਤੁਸੀਂ ਕੀਰਤਨ ਸੁਣਨ ਦੀ ਆਦਤ ਬਣਾਓ ਬੇਟਾ ਜੀ। ਸਵੇਰੇ ਉੱਠ ਕੇ ਕੀਰਤਨ ਲਾਓ। ਅੱਜ ਤੇ ਬੜਾ ਸੌਖਾ ਹੈ, ਤੁਹਾਡੇ ਕੋਲੇ ਜੋ ਵੀ ਡਿਵਾਈਸ ਹੈ ਉਹਦੇ ਤੇ ਕੀਰਤਨ ਲਾ ਸਕਦੇ ਹੋ। ਤੁਹਾਡੇ ਸਾਰਿਆਂ ਦੇ ਘਰ ਇੰਟਰਨੈਟ ਹੈ। ਤੁਸੀਂ ਸਵੇਰੇ ਉੱਠ ਕੇ ਜਿਹੜੀ ਵੀ ਡਿਵਾਈਸ ਵਰਤਣੀ ਚਾਹੁੰਦੇ ਹੋ ਉਹਦੇ ਤੇ ਲਿਖੋ ਲਾਈਵ ਕੀਰਤਨ ਸ਼੍ਰੀ ਦਰਬਾਰ ਸਾਹਿਬ, ਤਾਂ ਤੁਹਾਨੂੰ ਦਰਬਾਰ ਸਾਹਿਬ ਦਾ ਲਾਈਵ ਕੀਰਤਨ ਚੱਲੇਗਾ। ਉਹਦੇ ਤੇ ਕੀਰਤਨ ਸੁਣੋ। ਤੇ ਜਦੋਂ ਆਪਾਂ ਕੀਰਤਨ ਸੁਣਦੇ ਆ ਬੇਟਾ ਜੀ,
ਮਨ ਦੇ ਵਿੱਚ ਫਿਰ ਰੱਬ ਦਾ ਭੈ ਜਾਗਦਾ ਹੈ, ਪਿਆਰ ਜਾਗਦਾ ਹੈ, ਮਨ ਮੈਲਟ ਹੋ ਜਾਂਦਾ ਹੈ, ਪਿਘਲਦਾ। ਕੀ ਨਿਸ਼ਾਨੀ ਹੈ? ਜਦੋਂ ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਨਾ, ਆ ਜਿਹੜਾ ਮੈਂ ਕੀਰਤਨ ਸੁਣਿਆ ਇਹਦੇ ਮੈਂ ਮੀਨਿੰਗ ਦੇਖਾਂ ਕੀ ਹੈ, ਸਮਝ ਲਿਓ ਤੁਹਾਡਾ ਮਨ ਮੈਲਟ ਹੋ ਰਿਹਾ। ਜਦੋਂ ਤੁਸੀਂ ਹੁਕਮਨਾਮਾ ਸੁਣੋ, ਤੁਹਾਡੇ ਮਨ ਵਿੱਚ ਆਵੇ ਇਹ ਗੁਰੂ ਸਾਹਿਬ ਕੀ ਕਹਿ ਰਹੇ ਨੇ, ਮੈਂ ਉਹ ਟੀਚਿੰਗ ਦੇਖਾਂ ਇਸ ਵਿੱਚ ਕੀ ਹੈ, ਕਨਸੈਪਟ ਕੀ ਹੈ, ਗੁਰੂ ਸਾਹਿਬ ਮੈਨੂੰ ਕੀ ਦੱਸ ਰਹੇ ਨੇ, ਸਮਝ ਲਿਓ ਮਨ ਮੈਲਟ ਹੋ ਰਿਹਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੀ ਰੱਬੀ ਸਿਫਤ ਸਲਾਹ ਹੈ ਨਾ, ਗੁਰਬਾਣੀ ਨੂੰ ਜਦੋਂ ਕੀਰਤਨ ਰਾਹੀਂ ਗਾਇਆ ਜਾਂਦਾ ਹੈ ਨਾ, ਤਾਂ ਫਿਰ ਮਨ ਪਿਘਲ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨੀ ਪੈ ਗਿਆ ਪੀਰ ਦਸਤਗੀਰ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਰਾਹੀਂ ਸਾਨੂੰ ਸਿਖਾਇਆ, ਨੰਬਰ 1 ਸਾਨੂੰ ਦੋਨੋਂ ਟਾਈਮ ਜ਼ਰੂਰ 2 ਵਾਰੀ ਕੀਰਤਨ ਸੁਣਨਾ ਚਾਹੀਦਾ ਹੈ। ਇੱਕ ਵਾਰੀ ਸਵੇਰੇ ਉੱਠਣ ਸਾਰ ਉੱਠ ਕੇ, ਦੂਸਰਾ ਰਾਤ ਨੂੰ ਸੌਣ ਲੱਗਿਆ। ਕੋਸ਼ਿਸ਼ ਕਰੋ ਬੇਟਾ ਜੀ, ਸਵੇਰੇ ਉੱਠ ਕੇ ਜਦੋਂ ਤੁਸੀਂ ਤਿਆਰ ਹੁੰਦੇ ਹੋ ਨਾ, ਉਸੇ ਵੇਲੇ ਕੀਰਤਨ ਲਾ ਲਓ। ਚੰਗਾ ਹੋਏਗਾ ਜੇ ਘਰ ਵਿੱਚ ਹਰ ਵੇਲੇ ਗੁਰਬਾਣੀ ਚੱਲਦੀ ਹੋਵੇ, ਤਾਂ ਫਿਰ ਤੁਸੀਂ ਕੀ ਕਰੋ, ਜੇ ਤੁਹਾਡੇ ਘਰ ਵਿੱਚ ਗੁਰਬਾਣੀ ਚੱਲਦੀ ਹੈ ਨਾ, ਸਵੇਰੇ ਉੱਠ ਕੇ ਉਸ ਵੱਲ ਧਿਆਨ ਦਿਓ, ਸੁਣੋ ਉਸ ਨੂੰ, ਕੀਰਤਨ ਸੁਣੋ। ਰਾਤ ਨੂੰ ਸੌਣ ਲੱਗਿਆ ਘੱਟੋ ਘੱਟ ਅੱਧਾ ਘੰਟਾ ਕੀਰਤਨ ਸੁਣ ਕੇ ਪਾਓ ਬੇਟਾ, ਅੱਧਾ ਘੰਟਾ ਕੀਰਤਨ ਸੁਣ ਕੇ ਪਾਓ। ਤੁਹਾਡਾ ਮਨ ਪਿੰਗਲ ਜਾਏਗਾ, ਮਨ ਅੰਦਰ ਖਿਆਲ ਆਏਗਾ। ਪ੍ਰਭਜੋਤ ਜਪ ਨੂੰ ਅਮਨਜੋਤ ਧਿਆਨ ਨਾਲ ਬੈਠੋ ਪੁੱਤ, ਧਿਆਨ ਨਾਲ। ਸਾਰੇ ਬੱਚੇ ਲਿਖ ਰਹੇ ਨੇ, ਤੁਸੀਂ ਨੋਟਸ ਨਹੀਂ ਬਣਾ ਰਹੇ ਪੁੱਤ, ਨੋਟਸ ਬਣਾਓ, ਸ਼ਾਬਾਸ਼। ਹਾਂਜੀ ਤਾਂ ਬੇਟਾ ਜੀ, ਜਦੋਂ ਤੁਸੀਂ ਕੀਰਤਨ ਸੁਣਨ ਲੱਗ ਜਾਓਗੇ, ਜਿਸ ਦਿਨ ਤੁਹਾਡੇ ਮਨ ਵਿੱਚ ਆਇਆ ਨਾ, ਮੀਨਿੰਗ ਸਮਝੇ ਜਾਣ, ਸਮਝ ਲਿਓ ਮਨ ਮੈਲਟ ਹੋ ਗਿਆ। ਤੇ ਜਦੋਂ ਮਨ ਮੈਲਟ ਹੁੰਦਾ ਨਾ, ਫਿਰ ਮਨ ਅੰਦਰ ਚੰਗੇ ਚੰਗੇ ਗੁਣ ਜਾਗਦੇ ਨੇ, ਚੰਗੇ ਚੰਗੇ ਵਿਚਾਰ ਪੈਦਾ ਹੁੰਦੇ ਨੇ, ਇੱਕ ਸੋਚ ਬਣਦੀ ਹੈ। ਉਹ ਵਿਚਾਰ ਕੀ ਬਣਦੇ ਨੇ ਕਿ ਮੈਂ ਵੱਡਾ ਹੋ ਕੇ ਆਪਣੀ ਕੌਮ ਦੇ ਲਈ ਕੁਝ ਕਰਨਾ ਹੈ, ਮੈਂ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣਾ ਹੈ ਤੇ ਲੋਕਾਂ ਨੂੰ ਗੁਰਬਾਣੀ ਦੇ ਅਰਥ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੇ ਨੇ। ਬੇਟਾ ਜੀ, ਹਰ ਸ਼ਹਿਰ ਦੇ ਵਿੱਚ ਬਹੁਤ ਐਸੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਘਰਾਂ ਵਿੱਚ ਗੁਰਬਾਣੀ ਨਹੀਂ ਹੁੰਦੀ ਬੇਟਾ ਜੀ। ਬਹੁਤ ਐਸੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਘਰਾਂ ਵਿੱਚ ਨਿਰਾ ਨਸ਼ਾ ਚੱਲਦਾ ਹੈ। ਬਹੁਤ ਐਸੇ ਪਰਿਵਾਰ ਨੇ ਜਿੱਥੇ ਨਿੰਦਾ ਚੁਗਲੀ ਚੱਲਦੀ ਹੈ। ਬਹੁਤ ਐਸੇ ਪਰਿਵਾਰ ਨੇ ਜਿੱਥੇ ਨਫ਼ਰਤ ਚੱਲਦੀ ਹੈ। ਉਹਨਾਂ ਘਰਾਂ ਤੱਕ ਗੁਰਬਾਣੀ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਉਹਨਾਂ ਘਰਾਂ ਵਿੱਚ ਸਿੱਖੀ ਦੇ ਸਿਧਾਂਤ ਪਹੁੰਚਾਉਣੇ ਜ਼ਰੂਰੀ ਨੇ। ਉਹ ਤਾਂ ਹੋਣਗੇ ਜੇ ਤੁਸੀਂ ਸਾਰੇ ਰਲ ਕੇ ਇੱਕ ਫੈਸਲਾ ਲਓਗੇ, ਮੈਂ ਜ਼ਿੰਦਗੀ 'ਚ ਕੁਝ ਬਣਨਾ ਹੈ, ਜ਼ਿੰਦਗੀ 'ਚ ਕੁਝ ਕਰਨਾ ਹੈ, ਮੈਂ ਆਪਣੇ ਗੁਰੂ ਦਾ ਪਿਆਰਾ ਸਿੱਖ ਬਣਨਾ ਹੈ। ਲਿਖ ਲਵੋ, ਪਹਿਲੀ ਗੱਲ, ਮੈਂ ਕੁਝ ਬਣਨਾ ਹੈ, ਮੈਂ ਕੁਝ ਕਰਨਾ ਹੈ। ਬਣਨਾ ਕੀ ਹੈ? ਮੈਂ ਗੁਰੂ ਸਾਹਿਬ ਜੀ ਦਾ ਪਿਆਰਾ ਗੁਰਸਿੱਖ ਬਣਨਾ ਹੈ ਤੇ ਮੈਂ ਗੁਰੂ ਦੀ ਬਾਣੀ ਨੂੰ, ਗੁਰੂ ਦੀ ਸਿੱਖੀ ਨੂੰ ਤੇ ਗੁਰੂ ਦੀ ਮੱਤ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਪਰਉਪਕਾਰ ਕਰਨਾ ਹੈ। ਆਉਣ ਵਾਲੇ ਸਮੇਂ 'ਚ ਜਦੋਂ ਨੂੰ ਤੁਹਾਡਾ ਯੁੱਗ ਆਏਗਾ ਬੇਟਾ ਜੀ, 10 ਸਾਲਾਂ ਤੱਕ ਆਨਲਾਈਨ ਯੁੱਗ ਆ ਜਾਣਾ ਹੈ। ਆ ਕਰੋਨਾ ਵਾਇਰਸ ਨੇ ਆਨਲਾਈਨ ਯੁੱਗ ਲਿਆਂਦਾ। ਅੱਜ ਤੋਂ 1 ਸਾਲ ਪਹਿਲਾਂ ਜਦੋਂ ਮੈਂ ਆਨਲਾਈਨ ਸੰਥਿਆ ਕਲਾਸਾਂ ਸ਼ੁਰੂ ਕੀਤੀਆਂ ਸੀ, ਐਸੇ ਸੌਫਟਵੇਅਰ ਦੇ ਉੱਪਰ ਕਲਾਸਾਂ ਸ਼ੁਰੂ ਕੀਤੀਆਂ ਸੀ, ਉਦੋਂ ਲੋਕਾਂ ਨੂੰ ਇਸ ਦੀ ਅਹਿਮੀਅਤ ਨਹੀਂ ਸੀ ਪਤਾ। ਅੱਜ ਕਰੋਨਾ ਵਾਇਰਸ ਦੌਰਾਨ ਦੁਨੀਆ ਭਰ ਦੇ ਵਿੱਚ ਆਨਲਾਈਨ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ। ਔਰ ਦੇਖੋ ਕਿੰਨੇ ਵੱਡੇ ਭਾਗਾਂ ਵਾਲੇ ਨੇ ਉਹ ਬੱਚੇ ਜਿਹੜੇ ਕਲਾਸ ਵਿੱਚ ਬੈਠਦੇ ਨੇ। ਤੁਹਾਨੂੰ ਇੱਥੇ ਬੈਠਿਆਂ ਜੇ ਤੁਹਾਡਾ ਮਨ ਸ਼ਰਾਰਤੀ ਨਹੀਂ ਨਾ ਹੋਏਗਾ, ਜੇ ਤੁਹਾਡਾ ਮਨ ਇੱਧਰ ਉੱਧਰ ਡਿਸਟਰੈਕਟਡ ਨਹੀਂ ਹੋਏਗਾ, ਤੇ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰਾ ਘਰ ਬਾਬੇ ਨਾਨਕ ਦੀ ਧਰਮਸ਼ਾਲਾ ਹੈ। ਤੁਹਾਨੂੰ ਫੀਲ ਹੋਏਗਾ ਕਿ ਮੈਂ ਲੱਕੀ ਹਾਂ, ਤੇ ਤੁਹਾਨੂੰ ਇਦਾਂ ਫੀਲ ਹੋਏਗਾ ਕਿ ਮੈਨੂੰ ਗੁਰੂ ਸਾਹਿਬ ਜੀ ਦੀ ਵੇਵਸ ਮਿਲ ਰਹੀਆਂ ਨੇ, ਗੁਰੂ ਸਾਹਿਬ ਦੀਆਂ ਤਰੰਗਾਂ ਮਿਲ ਰਹੀਆਂ ਨੇ, ਗੁਰੂ ਸਾਹਿਬ ਮੈਨੂੰ ਥਾਪੜਾ ਦੇ ਰਹੇ ਨੇ। ਤੇ ਜੇ ਮਨ ਸ਼ਰਾਰਤੀ ਹੋਏਗਾ ਨਾ ਬੇਟਾ ਜੀ, ਮਨ ਡਿਸਟਰੈਕਟਡ ਹੋਏਗਾ, ਤਾਂ ਉਹ ਫਿਰ ਐਕਸੈਪਟ ਨਹੀਂ ਕਰ ਪਾਏਗਾ, ਇਸ ਫੀਲਿੰਗ ਨੂੰ ਐਕਸੈਪਟ ਨਹੀਂ ਕਰ ਪਾਏਗਾ। ਤੇ ਜਦੋਂ ਫੀਲਿੰਗ ਨੂੰ ਐਕਸੈਪਟ ਨਹੀਂ ਕਰ ਪਾਏਗਾ, ਫਿਰ ਜ਼ਿੰਦਗੀ ਦੇ ਵਿੱਚ ਬੜੇ ਕਦੀ ਛੋਟੇ ਕਦੀ ਵੱਡੇ ਦੁੱਖ ਆਉਂਦੇ ਨੇ ਬੇਟਾ ਜੀ। ਗੁਰਬਾਣੀ ਦੀ ਇੱਕ ਪੰਕਤੀ ਹੈ, ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਬਿਸਰੈ ਨਾਉ। ਜਦੋਂ ਰੱਬ ਦਾ ਭੈ ਅੰਦਰੋਂ ਨਿਕਲ ਜਾਵੇ,
ਰੱਬੀ ਉਪਦੇਸ਼ ਜ਼ਿੰਦਗੀ ਚੋਂ ਨਿਕਲ ਜਾਵੇ, ਫਿਰ ਜ਼ਿੰਦਗੀ 'ਚ ਦੁੱਖ ਹੀ ਦੁੱਖ ਆਉਂਦੇ ਨੇ। ਤੇ ਅਚਿੰਤ ਕੰਮ ਕਰਾਂ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਰੱਬ ਦੇ ਨਾਲ ਪਿਆਰ ਹੁੰਦਾ ਏ, ਜਿਨ੍ਹਾਂ ਨੂੰ ਰੱਬੀ ਉਪਦੇਸ਼ਾਂ ਨਾਲ ਪਿਆਰ ਜਾਗਦਾ ਹੈ ਬੇਟਾ ਜੀ, ਉਹਨਾਂ ਦੇ ਅੰਦਰ ਫਿਰ ਉਹਨਾਂ ਦੇ ਅਚਨਚੇਤ ਕੰਮ ਵਾਹਿਗੁਰੂ ਸੱਚੇ ਪਾਤਸ਼ਾਹ ਕਰਦੇ ਨੇ। ਆਪਣੇ ਆਪ ਵਾਹਿਗੁਰੂ ਜੀ ਉਹਨਾਂ ਦੇ ਕੰਮ ਕਰਦੇ ਨੇ। ਇਸ ਲਈ ਤੁਸੀਂ ਸਾਰਿਆਂ ਨੇ ਕੀਰਤਨ ਸੁਣਿਆ ਕਰਨਾ ਹੈ, ਕੋਸ਼ਿਸ਼ ਕਰਨੀ ਅਰਥ ਸਿੱਖਣੇ, ਠੀਕ ਹੈ। ਪੰਜਾਬੀ ਸਿੱਖਣੀ, ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਪੰਜਾਬੀ ਸਿੱਖਣ। ਅਸੀਂ ਆਨਲਾਈਨ ਪੰਜਾਬੀ ਦੀਆਂ ਕਲਾਸਾਂ ਲਾ ਰਹੇ ਹਾਂ, ਬਿਲਕੁਲ ਫ੍ਰੀ ਕਲਾਸਾਂ ਚੱਲ ਰਹੀਆਂ ਨੇ। 3 ਕਲਾਸਾਂ ਹੋ ਚੁੱਕੀਆਂ ਨੇ, ਅਗਲੀ ਕਲਾਸ ਕੱਲ ਨੂੰ ਹੋਣੀ ਹੈ। ਰੋਜ਼ਾਨਾ 3:30 ਵਜੇ ਤੋਂ ਲੈ ਕੇ 4:30 ਵਜੇ ਤੱਕ ਇਹ ਪੰਜਾਬੀ ਕਲਾਸ ਹੁੰਦੀ ਹੈ ਸਸਕੈਚਵਾਨ ਦੇ ਟਾਈਮ ਤੇ। ਉਹਦੇ ਵਿੱਚ ਜਿਹੜੇ ਪਿਛਲੇ 2 ਲੈਸਨਸ ਹੋਏ ਨੇ ਉਹ YouTube ਦੇ ਉੱਪਰ ਗੁਰਗਿਆਨ TV ਜੋ ਸਾਡਾ ਚੈਨਲ ਹੈ ਉਹਦੇ ਉੱਪਰ ਹਨ, ਉਹ ਤੋਂ ਫੋਲੋ ਕਰ ਸਕਦੇ ਹੋ। ਤੇ ਕੱਲ ਨੂੰ 4ਥੀ ਕਲਾਸ ਹੋਏਗੀ ਔਰ ਤਕਰੀਬਨ ਕੱਲ ਨੂੰ ਸਾਰੇ ਲੈਟਰਸ ਜਿਹੜੇ ਨੇ ਉਹ ਕੰਪਲੀਟ ਹੋ ਜਾਣਗੇ। ਹਰ ਸਿੱਖ ਪੰਜਾਬੀ ਸਿੱਖੇ, ਗੁਰਮੁਖੀ ਸਿੱਖੇ, ਗੁਰਬਾਣੀ ਦੇ ਅਰਥ ਸਿੱਖੇ। ਇਹ ਅੱਜ ਦੀ ਸਾਖੀ ਦੇ ਵਿੱਚੋਂ ਜਦੋਂ ਇਹ ਸਾਖੀ ਪੜ੍ਹੀ ਅਨਮੋਲ ਸਿੰਘ ਨੇ ਤੇ ਜੋਤ ਸਿੰਘ ਨੇ, ਬੜੇ ਖੁਸ਼ ਹੋਏ। ਸਾਨੂੰ ਇਹ ਮੈਸੇਜ ਮਿਲ ਰਿਹਾ ਹੈ, ਗੁਰੂ ਸਾਹਿਬ ਸਾਨੂੰ ਪੁੱਛਦੇ ਨੇ ਤੁਸੀਂ ਕਿਉਂ ਜੇ ਗੁਰਸਿੱਖ ਹੋ? ਕਿਤੇ ਤੁਸੀਂ ਸ਼ਰਾਰਤੀ ਦਿਮਾਗ ਦੇ ਗੁਰਸਿੱਖ ਤਾਂ ਨਹੀਂ? ਕਿਤੇ ਤੁਸੀਂ ਡਿਸਟਰੈਕਟਡ ਮਾਈਂਡਡ ਤਾਂ ਨਹੀਂ? ਕੀ ਤੁਸੀਂ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹੋ? ਕੀ ਤੁਸੀਂ ਗੁਰਸਿੱਖੀ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹੋ? ਕੀ ਤੁਸੀਂ ਗੁਰਮਤ ਦੇ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹੋ? ਗੁਰੂ ਸਾਹਿਬ ਪੁੱਛਦੇ ਨੇ ਤੁਸੀਂ ਕਿਹੋ ਜਿਹੇ ਗੁਰਸਿੱਖ ਹੋ? ਤੇ ਆਪਾਂ ਸਾਰਿਆਂ ਨੇ ਉਹ ਗੁਰਸਿੱਖ ਬਣਨਾ ਹੈ ਜਿਹੜੇ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹੁੰਦੇ ਨੇ। ਆਪਾਂ ਉਹ ਗੁਰਸਿੱਖ ਬਣਨਾ ਹੈ ਜਿਹੜੇ ਗੁਰਸਿੱਖੀ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹੁੰਦੇ ਨੇ। ਆਪਾਂ ਉਹ ਗੁਰਸਿੱਖ ਬਣਨਾ ਹੈ ਜਿਹੜੇ ਗੁਰਮਤ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਹੁੰਦੇ ਨੇ। ਤੁਹਾਡੇ ਚੋਂ ਕੁਝ ਬੱਚੇ ਬਹੁਤ ਧਿਆਨ ਨਾਲ ਸੁਣਦੇ ਨੇ, ਬੜੇ ਪਿਆਰ ਦੇ ਨਾਲ ਨੋਟਸ ਬਣਾਉਂਦੇ ਨੇ, ਉਹ ਬੜੇ ਫੁੱਲੀ ਕਨਸਟੈਂਟ ਮਾਈਂਡਡ ਹੋ ਕੇ ਸੁਣਦੇ ਨੇ, ਸੁਣੀ ਜਾਂਦੇ ਨੇ, ਬੜੇ ਧਿਆਨ ਨਾਲ ਸੁਣੀ ਜਾਂਦੇ ਨੇ। ਜਿਹੜੇ ਧਿਆਨ ਨਾਲ ਸੁਣਦੇ ਨੇ ਉਹਨਾਂ ਦੇ ਅੰਦਰ ਗੁਰੂ ਦਾ ਪਿਆਰ ਭਰਦਾ ਬੇਟਾ ਜੀ। ਜਿਹੜੇ ਧਿਆਨ ਨਾਲ ਸੁਣਦੇ ਨੇ ਉਹਨਾਂ ਦੇ ਅੰਦਰ ਗੁਰੂ ਪਾਤਸ਼ਾਹ ਦਾ ਭੈ ਜਿਹੜਾ ਹੈ ਅੰਦਰ ਭਰ ਜਾਂਦਾ ਹੈ। ਜਿਸ ਤਰੀਕੇ ਨਾਲ ਇਹਨਾਂ ਨੇ ਇਹ ਸਿੱਖਿਆ, ਇਸ ਤਰੀਕੇ ਨਾਲ ਅਸੀਂ ਵੀ ਇਹ ਸਾਖੀ ਤੋਂ ਸਿੱਖਿਆ ਲੈਣੀ ਹੈ। ਤੁਸੀਂ ਭਾਗਾਂ ਵਾਲੇ ਹੋ, ਆਨਲਾਈਨ ਕਲਾਸ ਲਾਉਂਦੇ ਹੋ। ਜਿੱਥੇ ਕਰੋਨਾ ਵਾਇਰਸ ਦੌਰਾਨ ਦੁਨੀਆ ਦੇ ਕੰਮ ਖੜ ਗਏ, ਵੱਡੀਆਂ ਵੱਡੀਆਂ ਸਰਕਾਰਾਂ ਮਜਬੂਰ ਹੋਈਆਂ, ਲੋਕਾਂ ਨੂੰ ਘਰਾਂ 'ਚ ਬੰਦ ਹੋ ਕੇ ਰਹਿਣਾ ਪਿਆ, ਉੱਥੇ ਸ਼ੁਕਰ ਵਾਹਿਗੁਰੂ ਜੀ ਦਾ ਕਿ ਤੁਸੀਂ ਸਾਰੇ ਆਪਣੇ ਘਰ ਬੈਠਿਆਂ ਆਨਲਾਈਨ ਗੁਰਮਤਿ ਦੀਆਂ ਕਲਾਸਾਂ ਲਾ ਰਹੇ ਹੋ। ਬੇਟਾ ਜੀ ਘਰੇ ਬੈਠਿਆਂ ਗੁਰੂ ਦੀ ਸਿੱਖੀ ਦਾ ਗਿਆਨ ਸਾਡੇ ਕੋਲੇ ਪਹੁੰਚਦਾ ਹੋਵੇ, ਸਾਨੂੰ ਘਰ ਬੈਠਿਆਂ ਗੁਰਮਤਿ ਦਾ ਗਿਆਨ ਪਹੁੰਚਦਾ ਹੋਵੇ। ਬੇਟਾ ਜੀ ਇਦੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੋਰ ਕੀ ਹੋ ਸਕਦੀ ਹੈ? ਗੁਰੂ ਸਾਹਿਬ ਸਾਡੇ ਤੇ ਖੁਸ਼ ਹੋਏ ਨੇ ਬੇਟਾ ਜੀ, ਤਾਂ ਸਾਨੂੰ ਘਰ ਬੈਠਿਆਂ ਇਹ ਸਾਰੀਆਂ ਦਾਤਾਂ ਮਿਲ ਰਹੀਆਂ ਨੇ। ਗੁਰੂ ਪਾਤਸ਼ਾਹ ਰਹਿਮਤ ਕਰਨ, ਜਿੱਥੇ ਆਪਾਂ ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਮੇਰੇ ਨਾਲ ਜੁੜਦੇ ਹੋ। ਕੱਲ ਹੀ ਮੈਨੂੰ ਇੱਕ ਮੈਸੇਜ ਆਇਆ ਪੰਜਾਬ ਦੇ ਵਿੱਚੋਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਹੜੇ ਕਿ ਗਰਾਊਂਡ ਲੈਵਲ ਤੇ ਪ੍ਰਚਾਰ ਕਰਦੇ ਨੇ। ਉਹਨਾਂ ਕਿਹਾ ਭਾਈ ਸਾਹਿਬ ਜੀ ਸਾਡੇ ਜਿੰਨੇ ਵੀ ਵਾਲੰਟੀਅਰ ਨੇ ਉਹ ਸਾਰੇ ਆਨਲਾਈਨ ਕਲਾਸਾਂ ਲਾਉਣਾ ਚਾਹੁੰਦੇ ਨੇ, ਤੁਸੀਂ ਜ਼ੂਮ ਤੇ ਸਾਡੀਆਂ ਕਲਾਸਾਂ ਲਾਓ। ਮੈਂ ਮਹੀਨੇ 'ਚੋਂ 2 ਵਾਰੀ ਉਹਨਾਂ ਦੀਆਂ ਕਲਾਸਾਂ ਵੀ ਐਸੇ ਮਹੀਨੇ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਬੇਟਾ ਜੀ। ਉੱਥੇ ਤਕਰੀਬਨ ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ ਦਾ ਜਿਹੜਾ ਜ਼ੋਨ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ, 3 ਜ਼ਿਲ੍ਹਿਆਂ ਦੇ ਜਿਹੜੇ ਵਾਲੰਟੀਅਰ ਨੇ ਉਹ ਆਨਲਾਈਨ ਕਲਾਸਾਂ ਲਾਇਆ ਕਰਨਗੇ ਬੇਟਾ ਜੀ। ਆਲਰੇਡੀ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਲੁਧਿਆਣੇ ਤੋਂ ਇੱਕ ਆਨਲਾਈਨ ਕਲਾਸ ਆਲਰੇਡੀ ਵੀ ਚੱਲ ਰਹੀ ਹੈ, ਪਰ ਵਲੰਟੀਅਰਸ ਦੀ ਕਲਾਸ ਵਾਸਤੇ ਉਹਨਾਂ ਨੇ ਮੈਨੂੰ ਇਹ ਸੇਵਾਵਾਂ ਬਖਸ਼ੀਆਂ ਨੇ। ਆਪਾਂ ਇਹ ਫਾਇਦਾ ਉਠਾ ਰਹੇ ਹਾਂ। ਤੁਹਾਡੇ ਚੋਂ ਭਡਭਾਗੀ ਨੇ ਉਹ ਕੌਣ ਨੇ? ਹੱਥ ਖੜਾ ਕਰਕੇ ਦੱਸੋ ਜਿਨ੍ਹਾਂ ਨੂੰ ਅੱਜ ਦੀ ਸਾਖੀ ਬਹੁਤ ਵਧੀਆ ਲੱਗੀ। ਵਾਹ, ਬਹੁਤ ਅੱਛੇ ਬੇਟਾ ਜੀ, ਸ਼ਾਬਾਸ਼, ਬਹੁਤ ਚੰਗੇ ਨੇ। ਓਕੇ, ਹੁਣ ਆਪਾਂ ਸਭ ਤੋਂ ਪਹਿਲਾਂ ਪੂਰੇ ਧਿਆਨ ਨਾਲ ਸੁਣਿਓ।
ਸਭ ਤੋਂ ਪਹਿਲਾਂ ਅਵਨੀਤ ਅੱਜ ਦੇ ਇਸ ਸਾਖੀ ਨੂੰ, ਅੱਜ ਦੇ ਸੈਸ਼ਨ ਨੂੰ ਸਮਰਾਈਜ਼ ਕਰੇਗੀ। ਉਸ ਤੋਂ ਬਾਅਦ ਹਰਸ਼ੀਨ ਸਮਰਾਈਜ਼ ਕਰੇਗੀ। ਫਿਰ ਜਿਨ੍ਹਾਂ ਨੂੰ ਕੁਐਸਚਨ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਕੁਐਸਚਨ ਪੁੱਛਣਗੇ। ਪਹਿਲਾਂ ਅਵਨੀਤ ਕੌਰ। ਹਾਂਜੀ ਅਵਨੀਤ ਪੁੱਤ। ਹਾਂਜੀ ਅੱਜ ਆਪਾਂ ਇੱਕ ਸਾਖੀ ਸੁਣੀ ਸੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬਗਦਾਦ ਗਏ ਸੀ, ਜਿੱਥੇ ਇੱਕ ਲਾਅ ਸੀਗਾ ਵੀ ਕੋਈ ਵੀ ਬੰਦਾ ਮਿਊਜ਼ਿਕਲ ਇੰਸਟਰੂਮੈਂਟ ਨਹੀਂ ਵਜਾ ਸਕਦਾ। ਫਿਰ ਜਦੋਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਕੀਰਤਨ ਕਰਨ ਲੱਗੇ ਤਾਂ ਕਿ ਉੱਥੋਂ ਦੇ ਲੋਕ ਸੀ ਉਹ ਉਹਨਾਂ ਵੱਲ ਗੁੱਸੇ ਹੋ ਗਏ ਤੇ ਚੀਜ਼ਾਂ ਸਿੱਟਣ ਲੱਗੇ। ਫਿਰ ਗੁਰੂ ਜੀ ਨੇ ਇੱਕ ਓਂਕਾਰ ਦੀ ਆਵਾਜ਼ ਦਿੱਤੀ, ਕਿਵੇਂ ਉਹਨਾਂ ਨਮਾਜ਼ ਦੀ ਆਵਾਜ਼ ਦਿੰਦੇ ਹੁੰਦੇ ਆ। ਤੇ ਫਿਰ ਫਿਰ ਗੁਰੂ ਜੀ ਨੇ ਦੱਸਿਆ ਵੀ ਜੇ ਕਿੱਕਰ ਨੂੰ ਕੰਡੇ ਲੱਗੇ ਹੋਣ ਤਾਂ ਉਹ ਗੁਲਾਬ ਦੇ ਕੰਡਾਂ ਵਿੱਚੋਂ ਨੁਕਸ ਕੱਢੇ ਤਾਂ ਚੰਗਾ ਨਹੀਂ ਲੱਗਦਾ। ਮਤਲਬ ਜੇ ਆਪ ਦੀਆਂ ਇੰਨੀਆਂ ਗਲਤੀਆਂ ਕੀਤੀਆਂ ਹੋਣ ਤਾਂ ਹੋਰ ਕਿਸੇ ਦੀ ਗਲਤੀਆਂ ਤੇ ਗੁੱਸੇ ਹੋਣਾ ਚੰਗਾ ਨਹੀਂ ਲੱਗਦਾ। ਤੇ ਫਿਰ ਉਹ ਲੋਕ ਕਿਹੜਾ ਪੀਰ ਸੀ, ਪੀਰ ਦਸਤਗੀਰ, ਉਹਨਾਂ ਨੂੰ ਦੱਸਣਗੇ ਤੇ ਉਹ ਗੁਰੂ ਜੀ ਕੋਲ ਆਇਆ ਤੇ ਗੁਰੂ ਜੀ ਨੇ ਉਹਨੂੰ ਦੱਸਿਆ ਵੀ ਜਿਹੜੇ ਮਿਊਜ਼ਿਕਲ ਇੰਸਟਰੂਮੈਂਟ ਆ ਉਹ ਮਾੜੇ ਨਹੀਂ, ਪਰ ਜਿਹੜੇ ਲੋਕ ਉਹਨਾਂ ਨੂੰ ਗਲਤ ਯੂਜ਼ ਕਰਦੇ ਆ ਉਹ ਮਾੜਾ। ਤੇ ਆਪਾਂ ਨੂੰ ਸਿੱਖਿਆ ਮਿਲੀ ਵੀ ਜਿੰਨੀਆਂ ਆਪਾਂ ਮਾੜੀਆਂ ਗੱਲਾਂ ਸੁਣਾਂਗੇ ਓਨਾ ਹੀ ਆਪਣਾ ਮਨ ਮੈਲਾ ਹੋਊਗਾ, ਤੇ ਜਿੰਨਾ ਆਪਾਂ ਕੀਰਤਨ ਤੇ ਗੁਰਬਾਣੀ ਸੁਣਾਂਗੇ ਉਹਨਾਂ ਹੀ ਆਪਾਂ ਨੂੰ ਵਾਹਿਗੁਰੂ ਜੀ ਨਾਲ ਪਿਆਰ ਬਣੇਗਾ। ਤੇ ਸਾਰਿਆਂ ਨੂੰ ਰੋਜ਼ ਉੱਠਣ ਲੱਗੇ ਤੇ ਸੌਣ ਲੱਗੇ ਕੀਰਤਨ ਸੁਣਨਾ ਚਾਹੀਦਾ। ਤੇ ਆਪਣਾ ਮੈਸੇਜ ਆਫ ਦ ਵੀਕ ਸੀਗਾ ਵੀ ਤੁਸੀਂ ਕਿਹੋ ਜਿਹੇ ਗੁਰਸਿੱਖ ਹੋ। ਬਹੁਤ ਅੱਛਾ, ਸ਼ਾਬਾਸ਼ ਮੇਰਾ ਸ਼ੇਰ। ਹਰਸ਼ੀਨ ਕੌਰ। ਹਰਸ਼ੀਨ ਕਿੱਥੇ ਜੇ? ਓਕੇ। Today we read a Sakhi about Guru Nanak Dev Ji and Bhai Mardana Ji. One day, once Guru Nanak Dev Ji and Bhai Mardana Ji went to Baghdad. The dictator had passed a law there that no one would be allowed to play a musical instrument. But when Guruji and if you play a musical instrument, you would get punished. The priest there saw Guruji playing the rabab, and the priest told the people to all throw rocks at Guruji. Back then, what the priest said, everybody had to follow because he had the most power. And then the people got up and started grabbing rocks and started walking towards Guruji. And then Guruji said "Ik Onkar" very loud, and the people stopped. Guruji asked, what are you doing? The people said that Guruji had broken the law. Then Guruji said, aren't you guys supposed to be praying right now? The people were speechless. Then Guruji said that you can't hit me, only if you have never done anything wrong in your life before. The people just stood there. The people then went to the Peer and told Guruji about Guruji. And the Peer came and he told Guruji about the law. And then Guruji asked, why is it a law? And the Peer said, because people who when they sing inappropriate songs and then they start drinking and dancing. And then Guruji asked the Peer a question. Guruji asked, what if there was a really expensive diamond that is wrapped around a cloth, very dirty cloth? What would you do? Then the Peer said, I would change the cloth and keep the diamond. And then Guruji said, exactly like that. You can't the cloth, what you did to the cloth. You have to do to the people. You have to tell them about the good things, not the bad things. You have to motivate them. And then Guruji said that if you only see the bad things, you won't see the good things. So the moral of the story is that if you need to know that no one is perfect, and you should try to see the good things. And then the message of today was, what kind of Gursikh are you? And the answer was, we need to become Gursikhs that love Gursikhi, understand Gursikhi, and spread Gursikhi. ਓਕੇ ਬੇਟਾ ਜੀ, ਬਹੁਤ ਬਹੁਤ ਧੰਨਵਾਦ ਪੁੱਤ। ਮੈਂ ਹੁਣ ਜਿਹਨੂੰ ਕਹਾਂਗਾ ਉਹ ਕੁਐਸਚਨ ਪੁੱਛਣਗੇ, ਔਰ ਸਿਰਫ ਜਿਹਨੇ ਕੁਐਸਚਨ ਪੁੱਛਣਾ ਉਸੇ ਨੇ ਆਪਣਾ ਮਾਈਕ ਔਨ ਰੱਖਣਾ ਹੈਗਾ। ਉਸ ਤੋਂ ਬਾਅਦ ਤੁਸੀਂ ਹੱਥ ਖੜਾ ਕਰ ਦੇਣਾ। ਜਿਹਨੂੰ ਮੈਂ ਕਹਾਂਗਾ ਉਹ ਆਪਣਾ ਮਾਈਕ ਔਨ ਕਰਕੇ ਕੁਐਸਚਨ ਦਾ ਆਨਸਰ ਦੇਗਾ। ਸਭ ਤੋਂ ਪਹਿਲਾਂ ਕੁਐਸਚਨ ਪੁੱਛੇਗੀ ਏਕਮ ਕੌਰ।
ਏਕਮ ਕੌਰ। ਹਾਂਜੀ ਏਕਮ। ਤੁਹਾਡੀ ਆਵਾਜ਼ ਨਹੀਂ ਆਈ ਬੇਟੇ, ਉੱਚੀ ਬੋਲੋ, ਉੱਚੀ ਬੋਲੋ। ਸੁਣ ਗਿਆ ਬੇਟੇ? ਨਹੀਂ ਉੱਚੀ ਬੋਲੋ ਪੁੱਤ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ, ਉੱਚੀ ਬੋਲੋ। Why wasn't music allowed there? Why wasn't the music allowed there? okay, why was not music allowed there? ਹੱਥ ਖੜਾ ਕਰੋ ਜਿਨ੍ਹਾਂ ਨੂੰ ਆਨਸਰ ਪਤਾ ਹੈ। Okay, Gurman Singh, Edmonton to Gurman Singh. Because it was a law. Because? It was a law. Okay, Risham Noor Kaur. ਕਿਉਂਕਿ ਉੱਥੇ ਲੋਕਾਂ ਨੂੰ ਲੱਗਦਾ ਸੀ ਕਿ ਜੋ ਸਾਜ਼ ਵਜਾਉਂਦੇ ਨੇ ਉਹ ਬੁਰੇ ਲੋਕ ਹੁੰਦੇ ਨੇ, ਉਹ ਡਾਂਸ ਕਰਦੇ ਨੇ, ਮਤਲਬ ਇਸ ਲਈ। Okay, Sahajpreet Kaur. ਮਾਈਕ ਔਨ ਕਰ ਲਓ ਪੁੱਤ। ਓਕੇ ਹੁਣ ਬੋਲੋ। ਹਾਂਜੀ ਮੈਂ ਕਰਤਾ ਸੀ। ਕਿਉਂਕਿ ਉਹ ਗਲਤ ਕੰਮ ਕਰਨਗੇ, ਜਿੱਦਾਂ ਉਹ ਡਰਿੰਕ ਕਰ ਲੈਣਗੇ ਐਂਡ ਫਿਰ ਡਾਂਸ ਕਰਨਗੇ ਔਰ ਗਲਤ ਸੌਂਗਸ ਗਾਣਗੇ। ਓਕੇ ਵੈਰੀ ਗੁੱਡ। ਹਾਂਜੀ ਏਕਮਜੋਤ ਸਿੰਘ। ਉਹ ਸੋਚਦੇ ਸੀ ਕਿ ਜਿਵੇਂ ਪੀਪਲ ਉਹ ਇਨਸਟਰੂਮੈਂਟਸ ਦਾ ਗਲਤ ਯੂਜ਼ ਕਰਕੇ ਇਨਅਪਰੋਪਰੀਏਟ ਸੌਂਗਸ ਪਲੇ ਕਰਦੇ ਸੀ। ਓਕੇ ਹਾਂਜੀ ਹਾਂਜੀ ਏਕਮ ਨੈਕਸਟ ਕੁਐਸਚਨ। ਏਕਮ ਤੁਹਾਡਾ ਕੈਮਰਾ ਨਹੀਂ ਚੱਲ ਰਿਹਾ, ਤੁਹਾਡਾ ਕੈਮਰਾ ਨਹੀਂ ਦਿਸ ਰਿਹਾ ਬੱਚਿਆਂ ਨੂੰ। ਹਾਂਜੀ ਹਾਂਜੀ ਨੈਕਸਟ ਕੁਐਸਚਨ। ਹਾਂਜੀ ਅੱਛਾ ਇੱਕੋ ਬਣਾਇਆ ਸੀ। ਓਕੇ ਠੀਕ ਹੈ ਪੁੱਤ। ਓਕੇ ਰਿਸ਼ਮ ਨੂਰ ਕੌਰ ਕੁਐਸਚਨ ਪੁੱਛੇਗੀ। ਰਿਸ਼ਮ ਨੂਰ ਕੌਰ। ਗੁਰੂ ਨਾਨਕ ਦੇਵ ਜੀ ਕਿਹੜੇ ਕੰਟਰੀ ਦੇ ਵਿੱਚ ਗਏ ਸੀ? ਵਾਓ ਕਿਹੜੀ ਕੰਟਰੀ ਚ ਗਏ ਸੀ? ਜਿਨ੍ਹਾਂ ਨੂੰ ਪਤਾ ਹੈ ਹੱਥ ਖੜਾ ਕਰੋ ਜੀ। ਵਾਓ ਸਾਰਿਆਂ ਨੂੰ ਪਤਾ ਹੈ। ਓਕੇ ਆਨਸਰ ਦੇਣਗੇ ਜਪਨੂਰ ਕੌਰ। ਬਗਦਾਦ। ਵਾਓ ਕਮਾਲ ਕਰਤੀ ਬਈ। ਇਹ ਆ ਸਾਡਾ ਜੱਪੂ ਪੁੱਤ, ਬਹੁਤ ਸਿਆਣਾ, ਸ਼ਾਬਾਸ਼। ਬਗਦਾਦ ਗਏ ਸਨ, ਸ਼ਾਬਾਸ਼। ਹਾਂਜੀ ਨੈਕਸਟ ਕੁਐਸਚਨ। ਉੱਥੇ ਦੇ ਪੀਰ ਦਾ ਨਾਮ ਕੀ ਸੀ? ਵਾਹ ਉੱਥੋਂ ਦੇ ਪੀਰ ਦਾ ਨਾਮ ਕੀ ਸੀ? ਓਕੇ ਕਰਮਨਜੀਤ ਸਿੰਘ ਦੀ ਬਿਟੀਆ। ਹਾਂਜੀ ਬੇਟੇ ਟੋਰਾਂਟੋ ਤੋਂ। ਦਸਤਗੀਰ। ਬਹੁਤ ਅੱਛੇ ਪੁੱਤ, ਕਮਾਲ ਕਰਤੀ, ਸ਼ਾਬਾਸ਼। ਹਾਂਜੀ ਰਿਸ਼ਮ ਨੂੰ ਲਾਸਟ ਕੁਐਸਚਨ। ਸਟੋਰੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਸਟੋਰੀ ਤੋਂ ਕੀ ਸਿੱਖਿਆ ਮਿਲਦੀ ਹੈ? ਵਾਟ ਇਜ਼ ਦ ਮੋਰਲ ਆਫ? ਲੈ ਕਮਾਲ ਕਰਤੀ ਉਧਰੋਂ। ਓਕੇ ਹਰਗੁਨਪ੍ਰੀਤ ਸਿੰਘ ਐਡਮਿੰਟਨ ਤੋਂ। ਜੇ ਤੁਸੀਂ ਆਪ ਮਾੜੇ ਕੰਮ ਕਰਦੇ ਆ ਤਾਂ ਲੋਕਾਂ ਨੂੰ ਸਜ਼ਾ ਨਹੀਂ ਦੇਈਦੀ। ਹਾਂ ਓਕੇ ਜਸਕਰਨ ਸਿੰਘ। ਹਾਂ ਜਸਕਰਨ ਸਿੰਘ। ਵਹੀ ਵਧੀਆ ਧਾਰਮਿਕ ਗਾਣੇ ਸੁਣਨੇ ਚਾਹੀਦੇ ਹੈ ਤੇ ਮਾੜੇ ਗੀਤ ਨਹੀਂ ਸੁਣਨੇ ਚਾਹੀਦੇ। ਓਕੇ ਮੈਂ ਨਾ ਬਾਕੀਆਂ ਦਾ ਮਾਈਕ ਮਿਊਟ ਕਰ ਰਿਹਾ, ਸਿਰਫ ਉਹਨਾਂ ਦਾ ਮਾਈਕ ਹੀ ਚੱਲੇਗਾ ਜਿਨ੍ਹਾਂ ਨੇ ਕੁਐਸਚਨ ਪੁੱਛਣੇ ਨੇ। ਤੇ ਓਕੇ ਤੁਹਾਡਾ ਰਿਸ਼ਮਨੂਰ ਮੈਂ ਮਾਈਕ ਜਿਹੜਾ ਹੈ ਉਹ ਅਨਮਿਊਟ ਕਰ ਦਿਓ ਇੱਥੋਂ। ਅਨਮਿਊਟ ਓਕੇ ਕਰ ਲਓ, ਮੈਂ ਕਰ ਰਿਹਾ ਸੀ। ਓਕੇ ਠੀਕ ਹੈ ਹੋ ਗਿਆ। ਇੱਧਰੋਂ ਹੋਰ ਕੋਈ ਦੱਸਣਾ ਚਾਹੇਗਾ? ਓਕੇ ਬੇਟਾ ਜੀ ਜਿਹੜੇ ਸਿਆਣੇ ਬੱਚੇ ਹੁੰਦੇ ਨੇ ਬਹੁਤ ਧਿਆਨ ਨਾਲ ਸੁਣਦੇ ਨੇ ਔਰ ਉਹਦੀ ਨਿਸ਼ਾਨੀ ਹੁੰਦੀ ਹੈ ਉਹੀ ਕੁਐਸਚਨ ਦੇ ਆਨਸਰ ਦਿੰਦੇ ਹੁੰਦੇ ਨੇ ਪੁੱਤ। ਇਹ ਯਾਦ ਰੱਖਿਓ ਕਲਾਸਾਂ ਵਿੱਚ ਕੈਂਪਾਂ ਵਿੱਚ ਜਿਹੜੇ ਫੁੱਲੀ ਕਨਸਟੈਂਟ ਮਾਈਂਡਡ ਹੋ ਕੇ ਸੁਣਦੇ ਨੇ ਉਹ ਹੀ ਕੁਐਸਚਨ ਦੇ ਆਨਸਰ ਦਿੰਦੇ ਨੇ ਔਰ ਉਹਨਾਂ ਦੇ ਅੰਦਰ ਇੰਸਟਾਲ ਹੁੰਦਾ ਹੈ। ਓਕੇ ਏਕਮਜੋਤ ਸਿੰਘ ਤੁਹਾਡੇ ਹੋ ਗਏ ਰਿਸ਼ਮਨੂਰ? ਉਸ ਨਹੀਂ, ਉਹਦਾ ਆਨਸਰ ਇਹ ਵੀ ਹੋ ਸਕਦਾ ਹੈ ਕਿ ਦੂਜਿਆਂ ਦੇ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ। ਜੇ ਤੁਸੀਂ ਗਲਤ ਕੀਤਾ ਹੁੰਦਾ ਤੇ ਹਾਂ
ਆਮ ਤੌਰ ਤੇ ਦੁਨੀਆ ਦਾ ਇੱਕ ਦਸਤੂਰ ਹੈ ਕਿ ਜੇ ਕਿਤੇ ਕੋਈ ਵੀ ਜਿਸ ਨੂੰ ਮੰਨ ਲਓ ਦੇਖਦੇ ਵੀ ਇਹਨੇ ਆਹ ਗਲਤ ਕੰਮ ਕੀਤਾ ਹੈ, ਉਹ ਕੀਤਾ ਜਾਂ ਨਹੀਂ ਕੀਤਾ ਵੈਰੀਫਾਈ ਕਰਨ ਦੀ ਬਜਾਏ ਸਾਰੇ ਅਗਰੈਸਿਵ ਹੋ ਕੇ ਖੁਦ ਉਹਨੂੰ ਸਜ਼ਾ ਦੇਣ ਨੂੰ ਤਿਆਰ ਹੁੰਦੇ ਨੇ। ਠੀਕ ਹੈ, ਤੇ ਸ਼ੁਕਰ ਬੇਟਾ ਜੀ। ਦੇਖੋ ਜਿਹੜਾ ਮੋਰਲ ਹੁੰਦਾ ਹੈ ਨਾ, ਜਿਹੜੀ ਸਿੱਖਿਆ ਹੁੰਦੀ ਹੈ, ਇਹ ਤਾਂ ਹਰ ਇੱਕ ਨੂੰ ਵੱਖਰੀ ਵੱਖਰੀ ਸਮਝ ਆਉਂਦੀ ਹੈ। ਕਿਸੇ ਨੂੰ ਕੋਈ ਸਮਝ ਆਉਂਦੀ, ਕਿਸੇ ਨੂੰ ਕੋਈ ਆਉਂਦੀ ਹੈ ਨਾ। ਤੇ ਜਿੱਦਾਂ ਦੀ ਵੀ ਤੁਹਾਨੂੰ ਉਹਦੀ ਸਿੱਖਿਆ ਸਮਝ ਆਵੇ ਉਹ ਲਿਖ ਲੈਣਾ ਚਾਹੀਦਾ ਹੈ। ਹਾਂਜੀ, ਹੋ ਗਿਆ ਪੁੱਤ ਰਿਸ਼ਮਨੂਰ, ਤੁਹਾਡੇ ਕੁਐਸਚਨ ਹੋ ਗਏ? ਓਕੇ, ਏਕਮਜੋਤ ਸਿੰਘ। What was the peer's name? ਉਸ ਪੀਰ ਦਾ ਨਾਮ ਕੀ ਸੀ? ਯੁਵਰਾਜ ਸਿੰਘ। ਹਾਂ ਯੁਵਰਾਜ, ਹੈ ਧਿਆਨ ਚ? ਦਸਤਗੀਰ, ਬਹੁਤ ਅੱਛੇ ਪੁੱਤ, ਕਮਾਲ ਕਰਤੀ। ਅੱਛਾ, ਕੈਂਪ ਦੇ ਵਿੱਚ ਕੌਣ ਕੌਣ ਨੇ ਜਿਹੜੇ ਯੁਵਰਾਜ ਨੂੰ ਪਹਿਚਾਣਦੇ ਨੇ? ਸਰੀ ਤੋਂ ਯੁਵਰਾਜ। ਓਕੇ, ਹਰਜਾਪ ਪਛਾਣਦਾ, ਹਰਜਾਪ ਨੇ ਪਛਾਣ ਲਿਆ। ਹੋਰ ਕਿਹਨੂੰ ਪਛਾਣ ਆਈ? ਓਕੇ, ਅਧਿਆ ਨੂੰ ਪਹਿਚਾਣ ਆਈ। ਆਪਾਂ ਵੀ ਅਧਿਆ ਨੂੰ ਪਹਿਚਾਣਾਂਗੇ। ਯੁਵਰਾਜ, ਓਕੇ, ਯੁਵਰਾਜ ਆਏਗਾ ਹੁਣ ਜੁਲਾਈ ਤੱਕ, ਜਦੋਂ ਕਰੋਨਾ ਵਾਇਰਸ ਹਟ ਗਿਆ ਨਾ, ਜੁਲਾਈ ਤੱਕ ਫਿਰ ਕੈਂਪ ਅਟੈਂਡ ਕਰਨਾ ਆਏਗਾ। ਓਕੇ ਬੇਟਾ ਜੀ। ਏਕਮਜੋਤ ਸਿੰਘ, ਨੈਕਸਟ ਕੁਐਸਚਨ। ਜਿਹੜੇ ਬੰਦੇ ਸੀਗੇ ਬਗਦਾਦ ਦੇ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੱਥਰ ਕਿਉਂ ਸਿੱਟ ਰਹੇ ਸੀ? ਵਾਹ, ਪੱਥਰ ਕਿਉਂ ਸੁੱਟੇ? ਸਹਿਜਪ੍ਰੀਤ ਕੌਰ। ਕਿਉਂਕਿ ਉਹਨਾਂ ਨੇ ਲਾਅ ਬ੍ਰੇਕ ਕੀਤਾ ਸੀ। ਉਹਨਾਂ ਨੇ ਉੱਥੇ ਮਿਊਜ਼ੀਕਲ ਇੰਸਟਰੂਮੈਂਟਸ ਲਿਆਏ ਸੀਗੇ, ਜਾ ਕੇ ਉਹਨਾਂ ਨੇ ਉੱਥੇ ਕੀਰਤਨ ਕੀਤਾ ਸੀ ਬਗਦਾਦ ਚ। ਹਾਂਜੀ, ਨੈਕਸਟ ਕੁਐਸਚਨ ਬੇਟੇ। What is the message of this week? ਅਵਨੀਤ। ਤੁਸੀਂ ਕਿਹੋ ਜਿਹੇ ਗੁਰਸਿੱਖ ਹੋ? ਓਕੇ, ਕਰਮਜੀਤ ਸਿੰਘ ਦਾ ਬੇਟਾ, ਤੁਸੀਂ ਦੱਸਣਾ ਚਾਹੋਗੇ ਪੁੱਤ ਕੁਛ? ਤੁਸੀਂ ਕਿਸ ਟਾਈਪ ਦੇ ਗੁਰਸਿੱਖ ਹੋ? ਹਾਂ, ਕਿਸ ਟਾਈਪ ਦੇ ਗੁਰਸਿੱਖ ਹੋ? ਅਸੀਂ ਸ਼ਰਾਰਤੀ ਸਿੱਖ ਨਹੀਂ ਬਣਨਾ, ਠੀਕ ਹੈ? ਅਸੀਂ ਓਕੇ, ਕੌਣ ਕੌਣ ਨੇ ਹੱਥ ਖੜਾ ਕਰਕੇ ਦੱਸਿਓ ਜਿਹੜੇ ਅੱਜ ਤੋਂ ਬਾਅਦ ਆਪਣੇ ਭੈਣ ਭਰਾਵਾਂ ਨਾਲ ਫਾਈਟਿੰਗ ਕਰਨ ਵਾਲੇ ਸਿੱਖ ਨਹੀਂ ਬਣਨਾ। ਐਵੇਂ ਅਨਸੈਸਰੀ ਫਾਈਟ ਕਰਨੀ। ਜਿਹੜੇ ਅਨਸੈਸਰੀ ਫਾਈਟ ਕਰਦੇ ਨੇ ਚੰਗੇ ਹੁੰਦੇ ਨੇ। ਓਕੇ, ਆਪਾਂ ਕੱਲ ਨੂੰ ਇੱਕ ਥੋੜੀ ਜਿਹੀ ਡਿਸਕਸ਼ਨ ਕਰਾਂਗੇ। ਅੱਜ ਮੈਂ ਤੁਹਾਨੂੰ ਕੁਐਸਚਨ ਦੱਸ ਦਿੰਦਾ, ਤੁਸੀਂ ਲਿਖ ਲਿਓ, ਘਰੋਂ ਲਿਖ ਲਿਓ ਕਿ ਜਿਹੜੇ ਦੋ ਸਿਸਟਰਸ, ਦੋ ਬ੍ਰਦਰਸ ਜਾਂ ਬ੍ਰਦਰ ਸਿਸਟਰਸ ਆਪਸ ਵਿੱਚ ਬਹੁਤਾ ਸਮਾਂ ਅਨਸੈਸਰੀ ਫਾਈਟਿੰਗ ਕਰਦੇ ਨੇ, ਉਹਦੇ ਕੀ ਕੀ ਸਾਈਡ ਇਫੈਕਟ ਨੇ, ਉਹਦੇ ਨੁਕਸਾਨ ਕੀ ਹੁੰਦੇ ਨੇ। ਲਿਖ ਲਿਓ ਇਹ, ਠੀਕ ਹੈ? ਲਿਖ ਕੇ ਫਿਰ ਕੱਲ ਨੂੰ ਆਪਾਂ ਉਹ ਡਿਸਕਸ ਕਰਾਂਗੇ। ਤੇ ਜਦੋਂ ਆਪਣੀਆਂ ਤਕਰੀਬਨ ਉਮੀਦ ਹੈ ਸ਼ਾਇਦ ਹੋ ਸਕਦਾ ਜੂਨ ਤੱਕ ਖੋਲੀ ਜਾਵੇ, ਤੇ ਆਪਾਂ ਜਿਹੜੀਆਂ ਉੱਥੇ ਕਲਾਸਾਂ ਲਾਇਆ ਕਰਾਂਗੇ ਰਿਸ਼ਮਨੂਰ, ਉਹਦੇ 'ਚ ਆਪਾਂ ਨਵੀਂ ਐਕਟੀਵਿਟੀਜ਼ ਕਰਕੇ ਕਲਾਸਾਂ ਲਾਇਆ ਕਰਨੀਆਂ ਨੇ, ਤਾਂ ਕਿ ਕੁਝ ਸਿੱਖ ਜਾਈਏ, ਫਿਰ ਅਸੀਂ ਬਦਲ ਜਾਈਏ, ਉਹੇ ਜਿਹੇ ਗੁਰਸਿੱਖ ਬਣ ਜਾਈਏ ਜਿਹੋ ਜਿਹੇ ਗੁਰੂ ਸਾਹਿਬ ਸਾਡੇ ਤੋਂ ਉਮੀਦ ਕਰਦੇ ਨੇ। ਓਕੇ ਬੇਟਾ ਜੀ। ਏਕਮਜੋਤ, ਹੋ ਗਏ ਤੁਹਾਡੇ ਕੁਐਸਚਨ ਪੁੱਤ? ਹਾਂਜੀ। ਓਕੇ, ਥੈਂਕ ਯੂ ਪੁੱਤ, ਥੈਂਕ ਯੂ ਮੇਰਾ ਸ਼ੇਰ। ਹੁਣ ਕੁਐਸਚਨ ਪੁੱਛੇਗਾ ਹਰਗੁਣਪ੍ਰੀਤ ਸਿੰਘ ਐਡਮਿੰਟਨ ਤੋਂ। ਹਾਂਜੀ, ਬਗਦਾਦ ਦਾ ਰੂਲ ਕੀ ਸੀ? ਬਗਦਾਦ ਦਾ ਰੂਲ ਕੀ ਸੀ? ਵਾਓ, ਓਕੇ, ਰਨ ਫਤਿਹ ਸਿੰਘ। ਕਿ ਕੋਈ ਵੀ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵਜਾ ਸਕਦਾ ਸੀਗਾ। ਓਕੇ, ਵੀ ਇੱਥੇ ਕੋਈ ਮਿਊਜ਼ੀਕਲ ਇੰਸਟਰੂਮੈਂਟ ਨਹੀਂ ਵਜਾ ਸਕਦਾ। ਓਏ ਅਕਾਲਦੀਪ ਨੇ ਕੁਝ ਦੱਸਣਾ ਹੈ? ਅਕਾਲਦੀਪ ਬਹੁਤ ਸਿਆਣੀ ਹੈ। ਓਕੇ, ਮੈਂ ਅਨਮਿਊਟ ਕਰ ਲਾ। ਤੇਰਾ ਮਾਈਕ ਅਨਮਿਊਟ ਕਰਨਾ ਪੈਣਾ, ਮਾਈਕ ਅਨਮਿਊਟ ਕਰਕੇ ਦੱਸ ਦੇਵੋ। ਹਾਂ, ਕਿ ਮਿਊਜ਼ਿਕ ਨਹੀਂ ਵਜਾਣਾ ਉੱਥੇ। ਹਾਂ, ਇਹ ਉਹਨਾਂ ਨੇ ਲਾਅ ਬਣਾਇਆ ਹੋਇਆ ਸੀ। ਬਹੁਤ ਅੱਛੇ ਬਈ। ਓਕੇ, ਨੈਕਸਟ ਕੁਐਸਚਨ ਹਰਗੁਣਪ੍ਰੀਤ ਸਿੰਘ। ਉੱਥੇ ਜੱਜ ਨੂੰ ਕਿੱਦਾਂ ਦਾ ਮੰਨਿਆ ਜਾਂਦਾ ਹੈ? ਜਿੱਦਾਂ ਕੌਣ ਜੱਜ ਹੁੰਦਾ ਹੈ ਉੱਥੇ? ਜੱਜ ਕੌਣ ਹੁੰਦਾ ਸੀ ਉੱਥੇ? ਮੈਜਿਸਟ੍ਰੇਟ ਕੌਣ ਹੁੰਦਾ ਸੀ? ਓਕੇ, ਏਕਮਜੋਤ ਸਿੰਘ। ਉੱਥੇ ਜੱਜ ਹੁੰਦਾ ਸੀ ਜਿਹਨੂੰ ਆਪਾਂ ਕਹਿੰਦੇ ਆ ਪੀਰ।
ਪੀਰ ਜਾਂ ਮੌਲਵੀ ਜਾਂ ਜਿਹੜੇ ਧਾਰਮਿਕ ਵਿਅਕਤੀ ਹੁੰਦੇ ਸਨ ਉਹ ਰਾਜੇ ਦੇ ਸਲਾਹਕਾਰ ਹੁੰਦੇ ਸੀ ਤੇ ਉਹੀ ਜੱਜ ਹੁੰਦੇ ਸੀ, ਠੀਕ ਹੈ। ਤੇ ਅਕਸਰ ਇਹ ਵੀ ਦੇਖਣ ਵਿੱਚ ਆਇਆ ਹੈ ਕਿਉਂਕਿ ਗੁਰੂ ਸਾਹਿਬ ਨੇ ਉਸ ਵੇਲੇ ਦੇਖਿਆ ਕਿ ਉਹ ਪੈਸੇ ਲੈ ਕੇ ਬੜੇ ਕਰਪਟ ਸਨ, ਪੈਸੇ ਲੈ ਕੇ ਵੀ ਉਸ ਤਰ੍ਹਾਂ ਦਾ ਕਾਨੂੰਨ ਪਾਸ ਕਰ ਦਿੰਦੇ ਸੀ ਜਿਸ ਤਰ੍ਹਾਂ ਦਾ ਰਾਜਾ ਕਹਿੰਦਾ ਸੀ, ਠੀਕ ਹੈ ਨਾ। ਜਦੋਂ ਉਹਨਾਂ ਨੂੰ ਮਨਾਇਆ ਗਿਆ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿਓ, ਇਹ ਅਣਮਨੁੱਖੀ ਜਿਹੜਾ ਸੀ ਵਿਵਹਾਰ ਸੀਗਾ, ਹਨਾ, ਇਨਜਸਟਿਸ ਸੀ। ਪਰ ਉਹ ਉਸ ਤਰ੍ਹਾਂ ਦੇ ਉਸ ਲੋਕ ਉਹ ਬਣੇ ਹੋਏ ਸੀ ਤੇ ਉਹ ਆਪੀ ਜੱਜ ਬਣ ਜਾਂਦੇ ਸਨ। ਓਕੇ, ਹੋ ਗਿਆ ਤੁਹਾਡੇ ਹਰਮਨਪ੍ਰੀਤ ਸਿੰਘ ਕੁਐਸਚਨ ਹੋ ਗਏ? ਓਕੇ, ਜਸਕਰਨ ਸਿੰਘ, ਨੈਕਸਟ ਕੁਐਸਚਨ, ਜਸਕਰਨ ਸਿੰਘ। Why were the music instruments banned? ਮਿਊਜ਼ੀਕਲ ਇੰਸਟਰੂਮੈਂਟ ਕਦੋਂ ਮਾੜਾ ਹੁੰਦਾ ਹੈ? ਹਾਂਜੀ, ਸਹਿਜਪ੍ਰੀਤ ਕੌਰ, ਸਹਿਜਪ੍ਰੀਤ ਕੌਰ। ਮੈਂ ਕਰਦਾ ਪੁੱਤ। ਹਾਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਮਿਊਜ਼ਿਕ ਵੱਜੇਗਾ ਉੱਥੇ ਤੇ ਲੋਕ ਡਰਿੰਕ ਕਰਕੇ ਡਾਂਸ ਕਰਨਗੇ, ਹੋਰ ਗੰਦੇ ਗੰਦੇ ਸੌਂਗਸ ਗਾਣਗੇ। ਹਾਂ, ਸੋ ਮਿਊਜ਼ਿਕ ਨਹੀਂ ਮਾੜਾ, ਉਹਦੇ ਵਿੱਚ ਜਿਹੜਾ ਸੌਂਗ ਹੈ ਨਾ ਉਹ ਮਾੜਾ ਹੈ ਬੇਟਾ ਜੀ। ਉਹ ਗੁਰਸਿੱਖਾਂ ਵਾਸਤੇ ਠੀਕ ਨਹੀਂ ਹੈ, ਨਾ ਗੁਰਸਿੱਖਾਂ ਨੇ ਗਾਉਣਾ ਹੈ ਨਾ ਗੁਰਸਿੱਖਾਂ ਨੇ ਸੁਣਨਾ ਹੈ ਬੇਟਾ ਜੀ। ਕਿਉਂਕਿ ਸਾਨੂੰ ਤਾਂ ਇੱਕ ਬਹੁਤ ਵਧੀਆ ਮਿਊਜ਼ਿਕ ਰੱਬ ਨੇ ਦਿੱਤਾ ਹੈ, ਉਹ ਹੈ ਗੁਰੂ ਸਾਹਿਬ ਦੀ ਬਾਣੀ। ਗੁਰੂ ਸਾਹਿਬ ਨੇ ਸਾਨੂੰ ਐਸਾ ਮਿਊਜ਼ਿਕ ਦਿੱਤਾ ਹੈ, ਗੁਰੂ ਦੀ ਬਾਣੀ। ਅਸੀਂ ਤਾਂ ਗੁਰੂ ਦੀ ਬਾਣੀ ਦਾ ਕੀਰਤਨ ਸੁਣਨਾ ਹੈ, ਅਸੀਂ ਢਾਡੀ ਸੁਣਨੇ ਨੇ, ਅਸੀਂ ਕਵੀਸ਼ਰ ਸੁਣਨੇ ਨੇ, ਅਸੀਂ ਗਾਣੇ ਨਹੀਂ ਸੁਣਨੇ। ਹਾਂਜੀ, ਓਕੇ ਬੇਟਾ ਜੀ, ਅਗਲਾ ਕੁਐਸਚਨ। Why didn't the people throw the rocks at Guruji? ਹਾਂਜੀ, ਓਕੇ, ਏਕਮਜੋਤ ਸਿੰਘ। And because he gave examples and he said like Ekamkar, that's why people thought he was like reading Nawaj and people just stopped. ਏਕਮ, ਤੁਸੀਂ ਕੁਐਸਚਨ ਦਾ ਆਨਸਰ ਦੇਣਾ ਚਾਹੋਗੇ? ਏਕਮ, ਹਾਂ, ਏਕਮ, ਹਾਂ, ਏਕਮ ਤੈਨੂੰ ਪੁੱਛ ਰਿਹਾ ਬੇਟਾ। ਏਕਮ ਕੌਰ, ਨਹੀਂ ਏਕਮ ਕੌਰ, ਤੁਸੀਂ ਕੁਐਸਚਨ ਦਾ ਆਨਸਰ ਦਿਓਗੇ? ਓਕੇ, ਓਕੇ ਪੁੱਤ, ਤੁਹਾਡਾ ਹੋ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਪੁੱਛੇਗਾ ਪ੍ਰਭਜੋਤ ਸਿੰਘ। ਹਾਂਜੀ, ਗੁਰਮਤ ਦੀ ਬੁੱਕ ਕੌਣ ਪੜ੍ਹ ਰਿਹਾ ਸੀ? ਓ ਵਾਓ, ਗੁਰਮਤ ਦੀ ਬੁੱਕ ਕੌਣ ਪੜ੍ਹਦਾ ਹੁੰਦਾ ਹੈ? ਮੈਨੂੰ ਸਾਰਾ ਕੀ ਪਤਾ ਹੈ। ਓਕੇ, ਸਾਰੇ ਇਕੱਠੇ ਬੋਲੋ, ਸਾਰੇ ਇਕੱਠੇ। ਅਨਮੋਲ ਸਿੰਘ and ਜੋਤ ਸਿੰਘ। ਵਾਓ, ਅਨਮੋਲ ਸਿੰਘ ਤੇ ਜੋਤ ਸਿੰਘ। ਕੌਣ ਨੇ ਜਿਹੜੇ ਤੁਹਾਡੇ ਚੋਂ ਅੱਜ ਤੋਂ ਨਿਤ ਬੁੱਕ ਗੁਰਮਤ ਦੀ ਪੜ੍ਹਿਆ ਕਰਨਗੇ ਘੱਟੋ ਘੱਟ 5 ਪੇਜ? ਗੁਰਮਤ ਦੀ ਬੁੱਕ ਹੈ ਤੁਹਾਡੇ ਕੋਲ? ਵਾਹ, ਬਹੁਤ ਅੱਛੇ। ਗੁਰਮਤ ਦੀਆਂ ਬੁੱਕਸ ਜ਼ਰੂਰ ਪੜ੍ਹਿਆ ਕਰਨੀਆਂ ਨੇ ਆਪਾਂ ਨੇ, ਠੀਕ ਹੈ। 5 ਪੇਜ ਪੜ੍ਹਨ ਦਾ ਰੂਟੀਨ ਬਣਾਓ ਬੇਟਾ ਜੀ, ਸ਼ਾਬਾਸ਼, ਬਹੁਤ ਅੱਛੇ ਪ੍ਰਭਜੋਤ ਸਿੰਘ। ਉਸ ਤੋਂ ਬਾਅਦ ਰਣ ਫਤਿਹ ਸਿੰਘ ਇੱਕ ਕੁਐਸਚਨ ਪੁੱਛਣਗੇ। ਰਣ ਫਤਿਹ ਸਿੰਘ। मैं अपना क्वेश्चन भूल गया। अच्छा, भूल गया, कोई नहीं, वो तो याद आ जाऊगा कल नू। ओके, हरजाप सिंह। जप्पू ने पूछना सी बाबा जी। ओके, जप्पू दी बारी बात आएगी। हाँ जी, पहला हरजाप सिंह। ओके, हाँ जी। ਉੱਠਣ ਲੱਗੇ ਤੇ ਸੌਣ ਲੱਗੇ ਕੀ ਕਰਨਾ ਚਾਹੀਦਾ ਹੈ? ਵਾਹ, ਉੱਠਣ ਲੱਗੇ ਤੇ ਸੌਣ ਲੱਗੇ ਕੀ ਕਰਨਾ ਚਾਹੀਦਾ? ਟੋਰਾਂਟੋ ਤੋਂ ਕਰਮਨਜੀਤ ਸਿੰਘ ਦੇ ਬੱਚੇ। हाँ जी। ਸਾਨੂੰ ਕੀਰਤਨ ਸੁਣਨਾ ਚਾਹੀਦਾ ਦੋਨੋਂ ਟਾਈਮ ਕਰਨਾ। ਵਾਹ, ਕੀਰਤਨ ਸੁਣਨਾ ਚਾਹੀਦਾ ਦੋਨੋਂ ਟਾਈਮ। ओके, जप्पू क्वेश्चन पूछेगी। ਮੰਮੀਆਂ ਸੈਣੀਆਂ ਕੌਣ ਹੁੰਦੀਆਂ? हैं? ਮੰਮੀਆਂ ਸੈਣੀਆਂ ਕੌਣ ਹੁੰਦੀਆਂ? ओ ਸੈਣੀਆਂ ਮੰਮੀਆਂ ਕਿਹੜੀਆਂ ਹੁੰਦੀਆਂ ਨੇ? ਵਾਓ, ਜੱਪੂ ਕਮਾਲ ਕਰਤੀ ਪੁੱਤੋਏ। ਹਰਜੀਤ ਕਿਹੜਿਆਂ ਚੋਂ ਹੈ? ਹਰਜੀਤ ਸੈਣਾ ਚੋਂ ਹੈ? ਸਾਰੀਆਂ ਮੰਮੀਆਂ ਦੀਆਂ ਜਵਾਕ ਦੀਆਂ ਸਾਰੀਆਂ ਸੈਣੀਆਂ ਹੈ। ਅੱਛਾ, ਸਾਰੇ ਜਵਾਕਾਂ ਦੀਆਂ ਮੰਮੀਆਂ ਸਿਆਣੀਆਂ ਕਹਿੰਦੀ। ਸਿਆਣੀਆਂ ਨੇ ਹਰਜੀਤ ਨਾਲੋਂ। ਹਰਜੀਤ ਵੀ ਹਰਜੀਤ ਅੱਧੀ ਸਿਆਣੀ ਅੱਧੀ ਕਮਲੀ ਨਹੀਂ? ਕਮਲੀ ਨਹੀਂ ਹੁੰਦੀ। ਅੱਛਾ, ਕਮਲੀ ਨਹੀਂ। ਅੱਛਾ, ਮੈਨੂੰ ਲੱਗਦਾ, ਮੈਨੂੰ ਕਦੀ ਕਦੀ ਲੱਗਦਾ ਹੁੰਦਾ ਅੱਧੀ ਕਮਲੀ ਹੈ। ਓਕੇ, ਥੈਂਕ ਯੂ ਪੁੱਤ, ਸੌਰੀ ਫॉर ਜੋਕਿੰਗ। ਓਕੇ, ਹਾਂਜੀ,
ਅਗਲਾ ਕੁਐਸਚਨ ਹਰਨੂਰ ਕੌਰ ਨਹੀਂ ਹਰਨੂਰ ਕੌਰ ਹਾਂ ਸੱਚ ਕਿੱਥੇ ਹੈ ਹਰਨੂਰ ਉਹ ਬਿਟਿਆ ਰਾਣੀ ਹਰਨੂਰ ਮੇਰਾ ਸਿਆਣਾ ਪੁੱਤ ਇਹਨੂੰ ਦੱਸੀ ਨਹੀਂ ਰਿਹਾ ਹੱਥ ਖੜਾ ਕਰੋ ਪੁੱਤ ਓਕੇ ਆ ਬੈਠਾ ਠੀਕ ਹੈ ਪੁੱਤ ਥੈਂਕ ਯੂ ਮੇਰਾ ਸ਼ੇਰ ਹਾਂ Where did the Saki take place? ਓਕੇ ਇੱਕ ਮੈਨੂੰ ਪਹਿਲਾਂ ਦੇਖ ਲੈਂਦੇ ਹੋਰ ਕੌਣ ਕੌਣ ਹੈ ਇਹ ਓਕੇ ਸਾਡੇ ਕੋਲੇ ਰਾਜਵੀਰ ਵੀ ਅੱਜ ਸਵਾਲ ਦਾ ਆਨਸਰ ਦੇ ਰਿਹਾ ਰਾਜਵੀਰ ਆਨਸਰ ਦੇ ਦਿਓ ਬਗਦਾਦ ਵਾਓ ਓਕੇ ਏਕਮ ਤੁਸੀਂ ਵੀ ਦੱਸ ਦਿਓ ਏਕਮ ਕੌਰ ਬਗਦਾਦ ਏਕਮ ਸਿੰਘ ਵੀ ਦੱਸ ਦਿਓ ਬਗਦਾਦ ਓਕੇ ਠੀਕ ਹੈ ਪੁੱਤ ਓਕੇ ਠੀਕ ਹੈ ਓਕੇ ਹਾਂਜੀ ਓਕੇ ਨੈਕਸਟ ਕੁਐਸਚਨ ਪੁੱਤ ਹਰਨੂਰ What was the name of the pir? ਪੀਰ ਦਾ ਨਾਮ ਕੀ ਸੀ ਸਾਰੇ ਇਕੱਠੇ ਪੀਰ ਦਾ ਨਾਮ ਕੀ ਸੀ ਸਾਰੇ ਇਕੱਠੇ ਦਸਤਗੀਰ ਹਾਂਜੀ ਓਕੇ ਅਗਲਾ ਕੁਐਸਚਨ ਪੁੱਤ ਹਰਨੂਰ What is today's message? What is today's message? ਹਰਜਾਪ ਪੁੱਤ ਤੁਸੀਂ ਕਿਹੋ ਜੇ ਸਿੱਖ ਬਣਨਾ ਗੁਰਸਿੱਖ ਬਣਨਾ ਹੈ ਕਿਹੋ ਜੇ ਬਣਨਾ ਹੈ ਹਰਜਾਪ ਇਹ ਵੀ ਦੱਸੋ ਰਿਸ਼ਮ ਨੂਰ ਤੁਸੀਂ ਦੱਸੋ ਕਿਹੋ ਜੇ ਬਣਨਾ ਹੈ ਪਰਉਪਕਾਰੀ ਬਣਨਾ ਚਾਹੀਦਾ ਹੈ ਸਾਨੂੰ ਗੁਰਸਿੱਖੀ ਸਪਰੈਡ ਕਰਨੀ ਚਾਹੀਦੀ ਹੈ ਤੇ ਆਪਾਂ ਗੁਰਮਤ ਦੇ ਮੀਨਿੰਗਸ ਸਾਨੂੰ ਆਪਣੀ ਲਾਈਫ ਦੇ ਵਿੱਚ ਅਪਣਾਉਣੇ ਚਾਹੀਦੇ ਨੇ ਵਾਓ ਬਹੁਤ ਅੱਛੇ ਸਿਆਣਾ ਪੁੱਤ ਹੈ ਰਸ਼ਮ ਨੂਰ ਓਕੇ ਕਾਲਦੀਪ ਕੁਝ ਦੱਸਣਾ ਚਾਹੁੰਦੀ ਹੈ ਕਾਲਦੀਪ ਕਿਹੋ ਜਿਹੇ ਸਿੱਖ ਬਣਨਾ ਆਪਾਂ ਕਿਹੋ ਜਿਹੇ ਸਿੱਖ ਬਣਨਾ ਕਾਲਦੀਪ ਓਕੇ ਚਲੋ ਹਰਨੂਰ ਹੋ ਗਏ ਤੇਰੇ ਕੁਐਸਚਨ ਕੀ ਰਹਿੰਦਾ ਇੱਕ ਹਾਂ ਇੰਨੇ ਸੀਗੇ ਓਕੇ ਪੁੱਤ ਥੈਂਕ ਯੂ ਮੇਰਾ ਸ਼ੇਰ ਓਕੇ ਉਸ ਤੋਂ ਬਾਅਦ ਸਾਡੇ ਕੋਲੇ ਸੁਖਰਾਜ ਸਿੰਘ ਐਡਮਿੰਟਨ ਤੋਂ What example did Guruji give about diamonds? Oh wow, ਕੀ ਬਾਤ ਹੈ ਗੁਰੂ ਸਾਹਿਬ ਨੇ ਕਿਹੜੀ ਐਗਜ਼ਾਮਪਲ ਦਿੱਤੀ ਸੀ ਓਕੇ ਹਰਜਾ ਆਪਣਾ ਏਕਮ ਸਿੰਘ ਜੇ ਜਿਵੇਂ ਕਪੜਾ ਗੰਦਾ ਹੋਏਗਾ ਤੇ ਜਿਵੇਂ ਤੇ ਉਹਦੇ ਉੱਤੇ ਡਾਇਮੰਡ ਰੱਖਿਆ ਹੋਊਗਾ ਤਾਂ ਤੁਸੀਂ ਡਾਇਮੰਡ ਰਿਪਲੇਸ ਕਰੋਗੇ ਕਿ ਕਪੜਾ ਵਾਹ ਬਹੁਤ ਅੱਛੇ ਇੱਕ ਜਿਹੜੀ ਐਗਜ਼ਾਮਪਲ ਦਿੱਤੀ ਸੀ ਸ਼ਾਬਾਸ਼ ਮੇਰਾ ਸ਼ੇਰ ਸੁਖਰਾਜ ਸਿੰਘ ਸੈਕੰਡ ਕੁਐਸਚਨ ਤੁਹਾਡਾ ਤੁਸੀਂ ਮੈਨੂੰ ਸਿਰਫ ਇੱਕ ਬਣਾਉਣ ਨੂੰ ਕਿਹਾ ਸੀ ਓਕੇ ਠੀਕ ਹੈ ਪੁੱਤ ਠੀਕ ਹੈ ਥੈਂਕ ਯੂ ਮੇਰਾ ਸ਼ੇਰ ਬ੍ਰਿਤੀ ਨੇ ਵੀ ਇੱਕ ਕੁਐਸਚਨ ਬਣਾਇਆ ਬ੍ਰਿਤੀ ਕਿੱਥੇ ਹੈ ਮੈਨੂੰ ਬ੍ਰਿਤੀ ਨਹੀਂ ਦੱਸ ਰਹੀ ਇੱਕ ਹਾਂਜੀ ਤੁਸੀਂ ਇਹਨੂੰ ਭੁੱਲ ਗਏ ਹਾਂ ਸੱਚ ਪ੍ਰਭ ਨੂੰ ਲਿਖਿਆ ਹੋਇਆ ਪੁੱਤ ਮੈਂ ਤੇਰਾ ਲਿਖਿਆ ਹੋਇਆ ਪੁੱਤ ਤੇਰਾ ਬਾਅਦ ਦੇ ਵਿੱਚ ਲਿਖਿਆ ਚਲੋ ਓਕੇ ਪ੍ਰਭ ਨੂੰ ਦੱਸੋ ਕੁਐਸਚਨ ਪੁੱਛੋ ਪ੍ਰਭ ਨੂੰ ਗੁਰੂ ਜੀ ਨੇ ਉੱਚੀ ਕੀ ਬੋਲਿਆ ਸੀ ਓ ਵਾਹ ਗੁਰੂ ਸਾਹਿਬ ਨੇ ਉੱਚੀ ਕੀ ਬੋਲਿਆ ਸੀ ਰਣ ਫਤਿਹ ਸਿੰਘ ਮਾਈਕ ਔਨ ਕਰਕੇ ਰਣ ਫਤਿਹ ਸਿੰਘ ਇੱਕ ਓੰਕਾਰ ਵਾਓ ਬਹੁਤ ਅੱਛੇ ਓਕੇ ਬ੍ਰਿਤੀ ਕਿੱਥੇ ਬ੍ਰਿਤੀ ਤੁਸੀਂ ਕੁਐਸਚਨ ਪੁੱਛੋ ਪੁੱਤ ਅਨਮਿਊਟ ਕਰ ਲਓ ਹਾਂ ਕੁਐਸਚਨ ਪੁੱਛੋ ਬ੍ਰਿਤੀ ਓਕੇ ਹਾਂ ਬੋਲੋ ਪੁੱਤ ਭਾਈ ਮਰਦਾਨਾ ਨੇ ਬਗਦਾਦ ਜਾ ਕੇ ਕਿਹੜਾ ਇੰਸਟਰੂਮੈਂਟ ਵਜਾਇਆ ਸੀ ਵਾਓ ਬਗਦਾਦ ਜਾ ਕੇ ਕਿਹੜਾ ਇੰਸਟਰੂਮੈਂਟ ਵਜਾਇਆ ਸੀ ਏਕਮ ਕੌਰ ਰਬਾਬ ਵਾਓ ਬਹੁਤ ਅੱਛੇ ਕਮਾਲ ਹੋ ਗਈ ਬਈ ਕਮਾਲ ਕਰਤੀ ਬ੍ਰਿਤੀ ਥੈਂਕ ਯੂ ਪੁੱਤ ਓਕੇ ਗੁਰਮਨ ਸਿੰਘ ਤੁਹਾਡਾ ਕੁਐਸਚਨ ਹੋ ਗਿਆ ਗੁਰਮਨ ਸਿੰਘ ਨੇ ਮਨ ਨੂੰ ਮੈਲ ਕਿਸ ਕਾਰਨ ਲੱਗਦੀ ਹੈ ਏਕਮ ਸਿੰਘ ਗੰਦੇ ਗਾਣੇ ਗਾ ਕੇ ਤੇ ਜਿਵੇਂ ਬਾਣੀ ਨਹੀਂ ਪੜਨੀ ਕਦੇ ਵੀ ਓਕੇ ਰਿਸ਼ਮਨੂਰ ਕੌਰ ਤੇ ਜਦੋਂ ਦੂਜੇ ਕਿਸੇ ਹੋਰ ਦੇ ਬਾਰੇ ਨਿੰਦਾ ਕਰਦੇ ਨੇ ਤੇ ਦੂਜੇ ਤੁਹਾਡੇ ਕੰਨਾਂ ਵਿੱਚ ਭਰ ਦਿੰਦੇ ਨੇ ਵਾਹ ਬਹੁਤ ਅੱਛੇ ਅਵਨੀਤ ਕਿੱਥੇ ਹੈ
ਮਾੜੀਆਂ ਗੱਲਾਂ ਸੁਣ ਕੇ। ਵਾਓ, ਬਹੁਤ ਅੱਛੇ ਮੇਰਾ ਸ਼ੇਰ, ਬੜੇ ਸਿਆਣੇ ਬਣ ਰਹੇ, ਕਮਾਲ ਹੋ ਰਹੀ ਹੈ। ਓਕੇ, ਹੁਣ ਆਪਣੇ ਕੋਲੇ ਗੁਰਨਿਧ ਕੌਰ ਇੱਕ ਕੁਐਸਚਨ ਪੁੱਛੇਗੀ। ਹਾਜ਼ਰ ਹੋ ਕੁਐਸਚਨ ਪਾ ਲੈਂਦੇ। ਹਾਂਜੀ, ਅਨਮਿਊਟ ਕਰ। ਆਪਾਂ ਕਿੰਨੇ ਵਾਰੀ ਗੁਰਬਾਣੀ ਸੁਣਨੀ ਆ? ਹਾਂ, ਕਦੋਂ ਅਸੀਂ ਜ਼ਰੂਰ ਅੱਜ ਤੋਂ ਬਾਅਦ ਗੁਰਬਾਣੀ ਸੁਣਨੀ ਹੈ। ਓਕੇ, ਜੱਪੂ। ਰਾਤ ਨੂੰ ਵੀ, ਸਵੇਰੇ ਵੀ, ਫਿਰ ਵਾਹਿਗੁਰੂ ਨੂੰ ਯਾਦ ਰਹਿੰਦਾ। ਓਕੇ, ਸਾਡੇ ਕੋਲੇ ਟਮ ਸਿੰਘ, ਤੁਸੀਂ ਵੀ ਦੱਸੋ ਪੁੱਤ। ਸਵੇਰੇ ਤੇ ਸ਼ਾਮੀ। ਸਵੇਰੇ ਤੇ ਸ਼ਾਮੀ। ਵਾਓ, ਇਹ ਬਿਟਿਆ ਰਾਣੀ ਅੱਜ ਪਹਿਲੀ ਵਾਰ ਆਪਣੇ ਨਾਲ ਜੁੜੇ ਨੇ USA ਤੋਂ, ਨਿਊ ਜਰਸੀ ਤੋਂ, ਹਨਾ? ਨਿਊ ਜਰਸੀ ਤੋਂ। ਓਕੇ, ਬਹੁਤ ਸਿਆਣੀ ਬੱਚੀ ਹੈ, ਇਹਨੇ ਅੱਜ ਪੰਜਾਬੀ ਕਲਾਸ ਅਟੈਂਡ ਕੀਤੀ। ਥੈਂਕ ਯੂ ਪੁੱਤ। ਓਕੇ, ਅਕਾਲਦੀਪ ਦਾ ਕੁਐਸਚਨ ਰਹਿ ਗਿਆ ਬਈ, ਅਕਾਲਦੀਪ ਨੇ ਕੁਐਸਚਨ ਪੁੱਛਣਾ ਸੀ। ਹਾਂਜੀ, ਓਕੇ ਪੁੱਤ ਅਕਾਲਦੀਪ। ਗੁਰੂ ਨਾਨਕ ਦੇਵ ਜੀ ਨੇ ਕਿਹੜੀ ਇੰਸਟਰੂਮੈਂਟ ਵਜਾਈ ਸੀ? ਕਿਹੜਾ ਇੰਸਟਰੂਮੈਂਟ ਵਜਾਇਆ ਸੀ? ਓਕੇ, ਜਸਨੂਰ। ਰਬਾਬ। ਬਹੁਤ ਅੱਛੇ ਬੇਟਾ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ 5-7 ਮਿੰਟ ਉੱਪਰ ਦੀ ਚਲੇ ਗਏ ਨੇ। ਠੀਕ ਹੈ, ਕੱਲ ਨੂੰ ਫਿਰ ਆਪਾਂ ਮਿਲਾਂਗੇ। ਸਮੇਂ ਸਿਰ ਪਹੁੰਚ ਜਾਣਾ। ਪੰਜਾਬੀ ਕਲਾਸ ਵਾਲਿਆਂ ਨੇ ਪੰਜਾਬੀ ਕਲਾਸ ਦੇ ਸਮੇਂ ਤੇ ਇਸ ਕੈਂਪ ਵਾਲਿਆਂ ਨੇ ਕੈਂਪ ਦੇ ਸਮੇਂ ਤੇ ਜ਼ਰੂਰ ਪਹੁੰਚਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਟਾ ਜੀ। ਹਰਸ਼ੀਨ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।